ਵਿੱਚੋਂ ਮਿਲਣੀ ਹੈ, ਹੋਰ ਕਿੱਥੋਂ ਮਿਲਣੀ? ਸਭ ਕੁਝ ਛੱਡ ਕੇ ਗੁਰਬਾਣੀ ਦੀ ਖੋਜ ਕਰ ਲੈਣੀ, ਮਿਲ ਜਾਂਦੀ। ਜਿਹੜਾ ਕਰੂਗਾ ਉਹਨੂੰ ਮਿਲ ਜੂਗੀ, ਜਿਹੜਾ ਨਹੀਂ ਕਰੂਗਾ ਉਹਨੂੰ ਚਾਹੀਦੀ ਵੀ ਹੈ ਨਹੀਂ। ਜਿਹੜਾ ਨਹੀਂ ਕਰਦਾ ਉਹਨੂੰ ਚਾਹੀਦਾ ਵੀ ਕੁਛ ਹੋ ਰਿਹਾ, ਰੌਲਾ ਹੀ ਪਾਉਂਦਾ। ਉਹ ਰੌਲਾ ਹੀ ਆ, ਉਹਨਾਂ ਕੋਲ ਚਾਹੀਦਾ ਨਹੀਂ ਹੈ, ਉਹਨਾਂ ਨੂੰ ਰੌਲੇ ਵਾਲੇ ਹੀ ਨੇ। ਚਾਹੀਦੀ ਗੋਲ ਕੇ ਰੌਲਾ ਹੋ ਰਿਹਾ, ਚਾਹੀਦੀ ਗੋਲ। ਹੁਣ ਕਹਿੰਦੇ ਨੇ ਸੱਚ ਸੋਚਣ ਤੇ ਪਰੇ। ਸੱਚ ਨੂੰ ਤੁਸੀਂ ਸੋਚ ਕੇ ਆਪਣੀ ਬੁੱਧੀ ਨਾਲ ਸੋਚ ਲਓ, ਇਮੈਜਿਨ ਕਰ ਲਓ ਵੀ ਸੱਚ ਕੀ ਹੁੰਦਾ ਹੈ, ਜਿਹਦਾ ਉੱਤੇ ਨਕਸ਼ਾ ਦਿੱਤਾ ਹੋਇਆ ਹੈ। ਇੱਕ ਹੈ ਜਿਹੜਾ ਓਂਕਾਰ ਸਤਿਨਾਮ ਕਰਤਾ, ਇੱਕ ਨੂੰ ਇਹ ਸੱਚ ਕਿਹਾ ਹੋਇਆ ਇੱਥੇ। ਜਿਹੜਾ ਇੱਕ ਸੀ ਉਹੀ ਸੱਚ ਹੈ, ਉਹਦਾ ਨਾਮ ਸੱਚ ਰੱਖਿਆ। ਉੱਥੇ ਇੱਕ ਗਿਆ, ਇੱਥੇ ਸੱਚ ਕਹਿਤਾ। ਇਹ ਸ਼ਲੋਕ ਹੈ, ਗੁਰਬਾਣੀ ਇੱਥੇ ਸ਼ੁਰੂ ਹੋ ਗਈ, ਸ਼ਲੋਕ ਹੈ, ਕਿਉਂਕਿ ਜਦ ਉੱਤੇ ਆ ਗਿਆ ਇੱਕ ਦੀ ਵਿਆਖਿਆ ਸ਼ੁਰੂ ਹੋ ਗਈ। ਉੱਥੇ ਸਿਰਫ ਇੱਕ ਦੇ ਗੁਣ ਦੱਸੇ ਸੀ, ਹੁਣ ਉਹਨਾਂ ਗੁਣਾਂ ਦਾ ਵਿਸਥਾਰ ਵਿਆਖਿਆ ਸ਼ੁਰੂ ਹੋ ਗਈ। ਜਿਹੜਾ ਉੱਥੇ ਇੱਕ ਲਿਖਿਆ ਨਾ ਮੂਹਰੇ, ਉਸੇ ਨੂੰ ਸੱਚ ਕਿਹਾ ਹੋਇਆ। ਇੱਕ ਹੀ ਆਦ ਸੱਚ ਹੈ, ਇੱਕ ਹੀ ਜੁਗਾਦ ਸੱਚ ਹੈ, ਇੱਕ ਹੀ ਹੈ ਵੀ ਸੱਚ ਹੈ, ਇੱਕ ਹੀ ਨਾਨਕ ਹੋਸੀ ਵੀ ਸੱਚ ਹੈ। ਇੱਕ ਨੂੰ ਇਹ ਕਿਹਾ ਹੋਇਆ ਹੈ ਇੱਥੇ। ਹੁਣ ਜੇ ਕਹਿੰਦੇ ਤੁਸੀਂ ਸੋਚੋਗੇ ਨਾ, ਜਦੋਂ ਸਮਝਾਉਣ ਲੱਗ ਜੀਏ, ਕੋਈ ਸਮਝਾਉਂਦਾ ਹੋਵੇ ਫਿਰ ਸੋਚਦਾ ਨਹੀਂ ਹੁੰਦਾ ਸੁਣਨ ਵਾਲਾ। ਜੇ ਸੁਣਨ ਵਾਲਾ ਸੋਚਣ ਲੱਗ ਜਾਏ ਸਮਝ ਨਹੀਂ ਸਕਦਾ। ਜਦੋਂ ਬਾਣੀ ਸੁਣੀ ਦੀ ਹੈ ਸੋਚੀਦਾ ਨਹੀਂ ਹੁੰਦਾ। ਇਹ ਸੋਚਣ ਆਇਆ ਹੀ ਨਹੀਂ ਸੰਸਾਰ 'ਚ, ਸਮਝਣ ਆਇਆ। ਸੋਚਦਾ ਉਹ ਹੁੰਦਾ ਜਿਹਨੇ ਨਕਸ਼ਾ ਬਣਾਉਣਾ ਹੋਵੇ, ਕੋਈ ਚੀਜ਼ ਬਣਾਉਣੀ ਹੋਵੇ। ਜਿਹਨੂੰ ਬਣਿਆ ਬਣਾਇਆ ਮਿਲਦਾ ਉਹਨੂੰ ਸੋਚਣ ਦੀ ਲੋੜ ਨਹੀਂ। ਕੋਈ ਨਵੀਂ ਕਾਢ ਕੱਢਣੀ ਹੈ, ਸੋਚਣ ਦੀ ਲੋੜ ਹੈ। ਇਹ ਸਮਝਣ ਆਇਆ, ਸੋਚਣ ਆਇਆ ਹੀ ਨਹੀਂ। ਸਮਝਣ ਵਿੱਚ ਗੇਨ ਹੈ, ਸਮਝਣ ਵਿੱਚ ਕੁਝ ਪ੍ਰਾਪਤੀ ਹੈ, ਸੋਚਣ ਵਿੱਚ ਤਾਂ ਕੋਈ ਪ੍ਰਾਪਤੀ ਨਹੀਂ। ਸੋਚਣ 'ਚ ਕਿਸੇ ਵਾਸਤੇ ਸੋਚੀਦਾ ਹੁੰਦਾ, ਕੋਈ ਨਵੀਂ ਚੀਜ਼ ਬਾਰੇ। ਇਹਨੂੰ ਚਾਹੀਦਾ ਕੀ ਹੈ? ਇਹ ਆਪ ਹੈ, ਸਤ ਸਰੂਪ ਹੈ। ਇਹਨੂੰ ਸਿਰਫ ਇਹ ਸਮਝਣਾ ਵੀ ਮੈਂ ਕੀ ਹਾਂ, ਆਤਮਾ ਕੀ ਹੈ। ਇਹਦੇ ਬਾਰੇ ਸੋਚੇ ਤੇ ਕੀ ਬਣ ਜੂ? ਜਿਹੜਾ ਸੋਚਦਾ ਉਹੀ ਤਾਂ ਆਤਮਾ। ਉਹ ਜਿਹੜਾ ਸੋਚਦਾ ਉਹੀ ਤਾਂ ਆਤਮਾ। ਫਿਰ ਸੋਚੇ ਤੇ ਪਤਾ ਲੱਗੂਗਾ ਕਿ ਸਮਝੇ ਤੇ ਪਤਾ ਲੱਗੂਗਾ। ਜੋ ਸੋਚ ਰਿਹਾ ਹੋਈ ਆਤਮਾ ਹੈ, ਜੋ ਸੁਣ ਰਿਹਾ ਹੋਈ ਆਤਮਾ ਹੈ, ਜੋ ਬੋਲ ਰਿਹਾ ਹੋਈ ਆਤਮਾ ਹੈ। ਹੁਣ ਸੋਚੇ ਤੇ ਪਤਾ ਲੱਗੂ, ਸਮਝੇ ਤੇ। ਇਹ ਤਾਂ ਸਮਝਣ ਦਾ ਵਿਸ਼ਾ ਹੈ। ਬਾਬਾ ਬੋਲਤੇ ਥੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਸਮਝਣ ਦਾ ਵਿਸ਼ਾ। ਗੁਰਬਾਣੀ ਸੋਚਣ ਦਾ ਵਿਸ਼ਾ ਨਹੀਂ, ਸਮਝਣ ਦਾ ਵਿਸ਼ਾ। ਉਪਦੇਸ਼ ਹਮੇਸ਼ਾ ਸਮਝਣ ਦਾ ਵਿਸ਼ਾ ਹੁੰਦਾ। ਚੇਲਾ ਸਮਝਣ ਵਾਸਤੇ ਆਇਆ ਹੁੰਦਾ। ਗੁਰੂ ਜਿਹੜਾ ਹੁੰਦਾ, ਗੁਰੂ ਜਿਹੜਾ ਵਕਤਾ ਹੁੰਦਾ, ਉਹ ਭਾਵੇਂ ਸੋਚੇ ਮੈਂ ਕੀ ਪੜਾਉਣਾ, ਕਿਵੇਂ ਪੜਾਉਣਾ, ਕਿਵੇਂ ਬੋਲਣਾ। ਕਿਉਂ ਨਹੀਂ ਸਮਝਦਾ ਹੈ, ਕਿਵੇਂ ਸਮਝੂਗਾ? ਉਹ ਤਾਂ ਸੋਚੇ। ਪਰ ਸਮਝਣ ਵਾਲੇ ਨੂੰ ਸੋਚਣ ਦੀ ਕੀ ਲੋੜ ਹੈ? ਇੱਥੇ ਤਾਂ ਸਮਝਣ ਵਾਲੇ ਸੋਚਣ ਲੱਗ ਗਏ। ਸਮਝਣ ਵਾਲੇ ਸੋਚਣ ਲੱਗ ਗਏ। ਸਭ ਤੋਂ ਪਹਿਲੀ ਪੰਕਤੀ ਹੈ, ਸੋਚੇ ਸੋਚ ਨ ਹੋਵਈ। ਸੰਸਾਰ ਦੀਆਂ ਮੱਤਾਂ ਸਭ ਸੋਚ ਕੇ ਬਣਾ ਲਈਆਂ ਲੋਕਾਂ ਨੇ। ਫਿਰ ਵੀ ਸੰਸਾਰ ਦੀਆਂ ਮੱਤਾਂ ਕੀ ਨੇ? ਇਮੈਜੀਨੇਸ਼ਨ। ਸੋਚੀਆਂ ਹੋਈਆਂ ਨੇ ਸਾਰੀਆਂ ਸ਼ਕਲਾਂ। ਮਨ ਮੱਤਾਂ ਸੋਚ ਵਿੱਚ, ਆਦਮੀ ਦੀ ਸੋਚ ਵਿੱਚੋਂ ਪੈਦਾ ਹੋਈਆਂ ਨੇ, ਆਦਮੀ ਦੇ ਅੰਦਾਜ਼ੇ ਚੋਂ ਪੈਦਾ ਹੋਈਆਂ ਨੇ, ਆਦਮੀ ਦੇ ਕਿਆਫਿਆਂ ਚੋਂ ਪੈਦਾ ਹੋਈਆਂ ਨੇ ਮੱਤਾਂ। ਤਾਂ ਕਿਆਫੇ ਨੇ, ਕਿਆਫਾ ਲਾਉਣ ਤੇ ਹਟਾਇਆ ਬਾਣੀ ਨੇ। ਇਹ ਛੱਡ ਦਿਓ, ਮਨ ਮੱਤਾਂ ਛੱਡ ਦਿਓ। ਇਹਨਾਂ ਨੂੰ ਕਿਸੇ ਨੂੰ ਨਹੀਂ ਮਿਲਿਆ ਹੈ। ਤੁਸੀਂ ਸਮਝੋ, ਔਰ ਤੁਹਾਨੂੰ ਸਮਝਾਈਏ ਗੱਲ ਹੈ ਕੀ।
ਪਹਿਲੀ ਗੱਲ ਸੋਚਣ ਤੋਂ ਹਟਾਈ ਹੈ। ਸੋਚਣ ਵਿੱਚ ਹੀ ਸਾਰੀ ਜ਼ਿੰਦਗੀ ਬਰਬਾਦ ਕਰਦਾ ਹੈ। ਨਿਆਣਾ ਹੀ ਨਹੀਂ ਮਾਨ ਬੋਲਣ ਲੱਗ ਜਾਵੇ, ਫਿਰ ਕਹਿੰਦਾ ਤੁਸੀਂ ਮੇਰੀ ਗੱਲ ਸੁਣੋ। ਸੁਣਨ ਦੀ ਬਜਾਏ ਉਹ ਸੁਣਾਉਣ ਲੱਗ ਜਾਂਦਾ, ਪੜ੍ਹਨ ਦੀ ਬਜਾਏ ਪੜ੍ਹਾਉਣ ਲੱਗ ਜਾਂਦਾ। ਗੁਰੂ ਬਣ ਗਿਆ ਉਹ ਵੀ। ਇਹਦਾ ਸੁਭਾਅ ਮਨ ਦਾ ਜੰਮਦਾ ਹੀ ਗੁਰੂ ਬਣਨ ਦਾ। ਚੇਲਾ ਦਾ ਬਣਨਾ ਚਾਹੁੰਦਾ ਹੀ ਨਹੀਂ, ਨੀਵਾਂ ਨਹੀਂ ਹੋਣਾ ਚਾਹੁੰਦਾ, ਨੀਵਾਂ ਹੰਕਾਰ ਨੀਵਾਂ ਨਹੀਂ ਹੋਣਾ ਚਾਹੁੰਦਾ। ਇਹ ਜੰਮ ਨੂੰ ਹੈ ਸੁਭਾਅ। ਇਸੇ ਬਿਮਾਰੀ ਕਰਕੇ ਤਾਂ ਸੱਚਖੰਡੋਂ ਕੱਢਿਆ ਸੀ, ਜੋ ਗਈ ਕਿੱਥੇ ਹੈ। ਇੱਥੇ ਆਇਆ ਕਾਤੇ, ਕੱਢਿਆ ਕਾਤੇ, ਸੋਚ ਕਰਕੇ, ਹੰਕਾਰ ਕਰਕੇ। ਸੋਚੇ ਸੋਚਣ ਹੋਵੇ ਜੇ ਸੋਚੀ ਲੱਖ ਵਾਰ ਸੋਚੀ ਜਾ, ਲੱਖਾਂ ਹੀ ਮੱਤਾਂ ਬਣਾ ਲਈਆਂ, ਹੋ ਗਿਆ ਕੋਈ ਕਾਮਯਾਬ। ਪਿਤਾ ਕਾ ਜਨਮ ਕੀ ਜਾਣੇ ਪੂਤ, ਸੋਚੀ ਜਾਵੇ। ਮਾਂ ਬਾਪ ਦਾ ਨਹੀਂ ਪਤਾ ਉਹਨੂੰ ਮੇਰੇ ਕੌਣ ਸੀ, ਲੈ ਸੋਚੀ ਜਾਵੇ, ਸਾਰੀ ਜ਼ਿੰਦਗੀ ਪਤਾ ਲੱਗ ਜੂਗਾ ਸੋਚੇ ਤੇ ਕੌਣ ਸੀ। ਕਿਸੇ ਦੇ ਮਾਂ ਬਾਪ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਕਿਤੇ, ਕਿਸੇ ਨੇ ਪਾਲ ਲਿਆ ਪਲ ਗਿਆ, ਉਹਨੂੰ ਪਤਾ ਹੈ ਵੀ ਮੈਂ ਮਾਂ ਬਾਪ ਛੱਡ ਗਏ ਸੀ। ਉਹ ਸਾਰੀ ਜ਼ਿੰਦਗੀ ਸੋਚੀ ਜਾਵੇ, ਲੱਭ ਲੂਗਾ। ਜੇ ਆਪਣੇ ਬਾਪ ਦੇ ਜਨਮ ਨੂੰ ਵੀ ਜਾਣਨਾ ਹੋਵੇ ਉਹਨੇ, ਫਿਰ ਲੱਭ ਲੂਗਾ। ਇੱਥੇ ਬਾਪ ਦੇ ਜਨਮ ਨੂੰ ਵੀ ਜਾਣਨਾ। ਉਹ ਤਾਂ ਆਪਣੇ ਜਨਮ ਨੂੰ ਨਹੀਂ ਜਾਣ ਸਕਦੇ ਅਸੀਂ, ਇੱਥੇ ਬਾਪ ਦੇ ਜਨਮ ਨੂੰ। ਪਿਤਾ ਦਾ ਜਨਮ ਕੀ ਜਾਣਾ, ਭੂਤ। ਇੱਥੇ ਪ੍ਰਾਤਮਾ ਦੇ ਜਨਮ ਨੂੰ ਵੀ ਜਾਣਨਾ, ਆਤਮਾ ਦੇ ਜਨਮ ਨੂੰ ਤਾਂ ਜਾਣਨਾ ਹੀ ਜਾਣਨਾ। ਆਪਣੇ ਜਨਮ ਨੂੰ ਤਾਂ ਜਾਣਨਾ, ਆਪਣੇ ਬਾਪ ਦੇ ਜਨਮ ਨੂੰ ਵੀ ਜਾਣਨਾ। ਇੱਥੇ ਤਾਂ ਬਾਬੇ ਨਾਲ ਸੰਪਰਕ ਹੈ ਸਿੱਧਾ। ਬਾਬਾ ਸ਼ਬਦ ਹੈ, ਬਾਬਾ ਹੁਕਮ ਹੈ ਜਿਹਦੇ ਨਾਲ ਪੈਦਾ ਹੋਇਆ। ਬਾਪ ਦੇ ਵਿੱਚ ਹੋਏ ਪੈਦਾ ਹੋਇਆ। ਤਾਂ ਰਾਮ ਕੀ ਅੰਸ਼ ਹੈ ਨਾ, ਇਹ ਤਾਂ ਰਾਮ ਕੀ ਅੰਸ਼ ਹੋਇਆ, ਇਹ ਵੀ ਹੁਕਮ ਨਾਲੇ ਪੈਦਾ ਹੈ। ਤੂੰ ਤਾਂ ਬਾਪ ਦੇ ਜਨਮ ਦਾ ਵੀ ਪਤਾ ਕਰਨਾ ਪੈਣਾ। ਕਿਵੇਂ ਜਾਣੂਗਾ ਪਿਤਾ ਦਾ ਜਨਮ, ਉਹ ਕਿਵੇਂ ਜਾਣੂਗਾ? ਕੋਈ ਦੱਸੂਗਾ ਉਦੋਂ ਬੜਾ ਬਾਪ ਤੋਂ ਕੋਈ ਬੜਾ ਦੱਸੂਗਾ ਜਿਹਦੇ ਸਾਹਮਣੇ ਬਾਪ ਪੈਦਾ ਹੋਇਆ, ਫਿਰ ਪਤਾ ਲੱਗੂ ਉਹ ਕੌਣ ਹੈ। ਹੁਕਮ ਹੈ। ਹੁਕਮ ਨਾਲ ਸਭ ਕੁਝ ਪੈਦਾ ਹੁੰਦਾ, ਤੇ ਹੁਕਮ ਦੇ ਨਾਲ ਜੁੜੇ ਤੇ ਬਿਨਾਂ ਸੰਪਰਕ ਹੋਏ ਤੇ ਬਿਨਾਂ ਕੁਛ ਵੀ ਨਹੀਂ ਗਿਆਨ ਹੋਣਾ। ਸੋਚਣ ਦਾ ਵਿਸ਼ਾ ਨਹੀਂ, ਸੋਚਣ ਦਾ ਵਿਸ਼ਾ ਨਹੀਂ। ਸਾਰਿਆਂ ਭਗਤਾਂ ਦਾ ਹੁਕਮ ਨਾਲ ਹੀ ਤਾਲਮੇਲ ਹੋਇਆ, ਤਾਂ ਹੀ ਗਿਆਨ ਹੋਇਆ। ਤਾਂ ਹੀ ਉਹਨਾਂ ਨੇ ਕਿਹਾ ਮੈਂ ਕਹਿਆ ਸਭ, ਮੈਂ ਕੁਝ ਨਹੀਂ ਕਿਹਾ। ਜੋ ਮੈਂ ਸੁਣਿਆ ਬਿਨਾਂ ਕਰਨਾ ਤੇ ਹੁਕਮ, ਮੈਂ ਤਾਂ ਉਹ ਕਹਿ ਹੁਕਮ ਹੀ ਕਿਹਾ। ਮੈਨੂੰ ਕੀ ਪਤਾ ਸੀ ਸੱਚ ਤੇ ਕਿਵੇਂ ਬੰਨਣਾ ਪਿਆ, ਮੈਨੂੰ ਪਤਾ ਸੀ, ਮੈਂ ਕੋਲ ਸੀ। ਉਹਦਾ ਤਾਂ ਆਦਮੀਆਂ ਨਹੀਂ ਸੀ, ਆਦਮੀ ਦੀ ਜੂਨ ਨਹੀਂ ਸੀ। ਪਵਨਾਂ ਤੇ ਜਲ ਹੋਏ, ਮੈਂ ਕੋਲ ਸੀ ਵੀ, ਚਾਹੇ ਭਰਮ ਦੇ ਅੰਡੇ 'ਚ ਬੰਦ ਸੀ, ਤ੍ਰੇਤੇ ਦੀ ਅਵਸਥਾ ਦੇ ਵਿੱਚ ਸੀ। ਮੈਂ ਨਹੀਂ ਕੀਤਾ, ਉਹਨੇ ਦੱਸਿਆ ਵੀ ਭਾਈ ਐ ਹੋਇਆ। ਜਿਹਨੇ ਸਭ ਕੁਝ ਰਚਿਆ ਉਹਨੇ ਦੱਸਿਆ, ਉਹ ਦੱਸੇ ਤਾਂ ਹੀ ਗੱਲ ਠੀਕ ਹੈ। ਬਾਕੀ ਤਾਂ ਅੰਦਾਜ਼ੇ ਹੁੰਦੇ ਨੇ। ਇਹਨਾਂ ਨੇ ਕੀ ਕਿਹਾ, ਖੀਰ ਸਾਗਰ ਦੇ ਵਿੱਚ ਵਿਸ਼ਨੂੰ ਪਿਆ ਸੀ। ਖੀਰ ਸਾਗਰ ਕਿੱਥੋਂ ਆਇਆ ਸੀ ਭਾਈ? ਵਿਸ਼ਨੂੰ ਕਿੱਥੋਂ ਆਇਆ ਸੀ? ਸ਼ੇਸ਼ਨਾਗ ਉਹ ਕਿੱਥੋਂ ਆਇਆ ਸੀ? ਕੋਈ ਜਵਾਬ ਨਹੀਂ। ਉਹਦਾ ਮੈਟਰ ਹੈ। ਸਾਗਰ ਕਿੱਥੋਂ ਆਇਆ ਸੀ? ਕੋਈ ਜਵਾਬ ਨਹੀਂ। ਸੋਚਣ ਵਾਲੇ ਅੱਧ ਚੋਂ ਸ਼ੁਰੂ ਕਰਦੇ ਨੇ, ਗੱਲ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਹੁਣ ਸੋਚਣ ਨੂੰ ਤਾਂ ਕਹਿ ਦਿੱਤਾ ਵੀ ਸੋਚ ਨਹੀਂ ਹੋਣਾ, ਚੁੱਪ ਹੋਣਾ ਵੀ ਮੁਸ਼ਕਲ ਹੈ।
ਪਾਣੀ ਨਹੀਂ ਮੈਂ ਤੁਹਾਨੂੰ ਆਉਣਾ ਸੁਭਾਵਿਕ ਗੱਲ ਹੈ। ਜੇ ਤਾਂ ਬਣੀ ਰਹੇ ਬਰਫ਼ ਫਿਰ ਤਾਂ ਟਿਕਿਆ ਰਹਿੰਦਾ ਉੱਚੇ ਥਾਂ ਵੀ, ਪਰ ਜੇ ਪਾਣੀ ਪਾਣੀ ਬਣ ਜਾਵੇ ਫਿਰ ਨਹੀਂ। ਪਾਣੀ ਬਰਫ਼ ਨੂੰ ਅੱਡ ਹੋ ਜਾਂਦਾ, ਦੋ ਰੂਪ ਹੋ ਗਏ, ਇੱਕ ਬਰਫ਼ ਹੋ ਗਈ ਪਾਣੀ ਹੋ ਗਿਆ। ਚਾਹੇ ਇੱਕ ਬੂੰਦ ਬਣ ਗਈ ਥੱਲੇ ਆ ਜੂ ਢਲ ਕੇ, ਪਰ ਮਨ ਜਦ ਢਲਦਾ ਜਦ ਇਹਦਾ ਰੂਪ ਬਦਲ ਜਾਂਦਾ। ਸੋਚਣ ਵਾਲੀਆਂ ਵੀ ਇੱਥੇ ਹਸਤੀਆਂ ਨੇ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ, ਉਹਨਾਂ ਨੇ ਸੋਚ ਕੇ ਬਣਾਈਆਂ। ਆਪਣੇ ਆਪ ਨੂੰ ਉਹ ਸਿਆਣੇ ਗੁਰੂ ਮੰਨਦੇ, ਰਿਸ਼ੀ ਮੁਨੀ ਜਿਵੇਂ ਜਿਨ੍ਹਾਂ ਨੇ ਆਹ ਸ਼ਾਸਤਰ ਬਣਾਏ ਨੇ, ਇਹ ਸਭ ਸੋਚਣ ਵਾਲੇ ਨੇ। ਚੁੱਪੈ ਚੁੱਪ ਨਾ ਹੋ ਗਈ, ਉਹ ਵੀ ਆਪਣੇ ਆਪ ਨੂੰ ਭਗਤ ਮੰਨਦੇ, ਲੋਕਾਂ ਦੇ ਗੁਰੂ ਮੰਨਦੇ। ਉਹ ਸੋਚ ਕੇ ਪਾਉਣ ਦੀ ਗੱਲ ਕਰਦੇ, ਦਿਮਾਗ ਲੜਾਓ, ਜਿਵੇਂ ਸਾਇੰਸਦਾਨ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਦਿਮਾਗ ਦੇ ਘੋੜੇ ਲੜਾਓ, ਸਭ ਨੂੰ ਪਤਾ ਲੱਗ ਜੂ। ਇਹ ਖਿਆਲ ਹੈ, ਗੁਰਬਾਣੀ ਨਹੀਂ ਮੰਨਦੀ। ਮੈਟਰ ਤਾਂ ਤੁਹਾਨੂੰ ਪਤਾ ਲੱਗ ਸਕਦਾ ਜੋ ਚੀਜ਼ ਤੁਹਾਡੇ ਮੂਹਰੇ ਹੈ, ਤੁਹਾਨੂੰ ਆਪਣੇ ਬਾਰੇ ਨਹੀਂ ਪਤਾ ਲੱਗ ਸਕਦਾ ਮੈਂ ਕੀ ਹਾਂ ਕਿੱਥੋਂ ਹਾਂ। ਆਤਮਾ ਬਾਰੇ ਨਹੀਂ ਪਤਾ, ਆਤਮਾ ਬਾਰੇ ਪਤਾ ਕਿੱਥੋਂ ਲਾਉਂਗੇ? ਪਤਾ ਤੁਹਾਨੂੰ ਹੁੰਦਾ ਹੀ, ਆਪਣੇ ਬਾਰੇ ਤੁਸੀਂ ਹੋ ਹੀ। ਜੇ ਤੁਸੀਂ ਭੁੱਲੇ ਹੋ, ਭੁੱਲੇ ਕਿਵੇਂ ਹੋ, ਕਦ ਭੁੱਲੇ ਹੋ, ਕਿਉਂ ਭੁੱਲੇ ਹੋ? ਬਸ ਇਹ ਗੱਲ ਦਾ ਪਤਾ ਕਰੋ, ਕਿਉਂ ਭੁੱਲ ਗਏ, ਆਪਣਾ ਵਜੂਦ ਕਿਉਂ ਭੁੱਲ ਗਏ, ਇਹ ਗੱਲ ਦਾ ਪਤਾ ਕਰਨਾ। ਕਦ ਭੁੱਲ ਗਏ, ਕਾਹਦੇ ਨਾਲ ਭੁੱਲ ਗਏ? ਪਰ ਮੈਂ ਭੁੱਲੀ। ਮੈਨੂੰ ਆਪਣਾ ਹੀ ਨਹੀਂ ਪਤਾ ਮੈਂ ਕੌਣ, ਮੈਨੂੰ ਦੱਸੂ ਕੌਣ, ਤੂੰ ਕੌਣ? ਅਜੀਬ ਗੱਲ ਤਾਂ ਇਹ, ਕਿਸੇ ਦਾ ਗਿਆਨ ਤਾਂ ਅਸੀਂ ਲੈ ਸਕਦੇ ਹਾਂ, ਮੈਟਰ ਦਾ ਜੋ ਸਾਡੇ ਗਿਆਨ ਇੰਦਰੀਆਂ ਦੇ ਵਿੱਚ ਹੈ, ਅੱਖਾਂ ਦੇ, ਕੰਨਾਂ ਦੇ, ਨੱਕ ਦੇ ਵਿੱਚ ਹੈ, ਉਹਦਾ ਗਿਆਨ ਅਸੀਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ। ਜੋ ਇਹ ਤੋਂ ਪਰੇ ਆ ਉਹਦੀ ਲੈ ਨਹੀਂ ਸਕਦੇ। ਆਦਮੀ ਦੇ ਬਸ ਤੇ ਪਰੇ ਹੀ ਹੈ ਉਹ ਗੱਲ। ਮਨ ਬੁੱਧੀ ਦਾ ਵੀ ਪਰੇ, ਮਨ ਬੁੱਧੀ ਜਿਹੜੀ ਹੈ, ਮਨ ਬੁੱਧੀ ਸੋਚ ਸਕਦੀ ਹੈ। ਦੇਖੋ 6 ਪਾਵਰਾਂ ਨੇ ਸਾਡੇ, 5 ਗਿਆਨ ਇੰਦਰ ਨੇ, 6ਵੀਂ ਸੋਚਣ ਦੀ ਪਾਵਰ। ਜਿਹੜੀ ਸੋਚਣ ਦੀ ਪਾਵਰ ਉਹ 'ਚ ਕੋਈ ਗਿਆਨ ਇੰਦਰ ਨਹੀਂ ਸਿਵਾਏ ਦਿਮਾਗ ਤੇ। ਇਹ 6 ਘਰ, 6 ਗੁਰ, 6 ਉਪਦੇਸ਼ ਨੇ, 6 ਨੇ, ਵਿਕਾਰ ਵੀ 6 ਨੇ। ਇਹ ਇਹਨਾਂ ਨੂੰ ਗਿਆਨ ਇੰਦਰੇ 5 ਸਮਝਦੇ ਨੇ, 6ਵੇਂ ਦਾ ਪਤਾ ਹੀ ਨਹੀਂ, ਭੁੱਲ ਗਏ। ਜਿੰਨਾ ਚਿਰ ਬ੍ਰੇਨ ਦੇ ਵਿੱਚ ਨਹੀਂ ਜਾਂਦੀ ਚੇਤਨਾ, ਉਹਨਾਂ ਚਿਰ 5 ਗਿਆਨ ਇੰਦਰ ਨਹੀਂ ਕੰਮ ਕਰਦੇ। ਜਿੰਨਾ ਚਿਰ ਆਦਮੀ ਬੇਹੋਸ਼ ਹੈ, 5 ਗਿਆਨ ਇੰਦਰ ਨਹੀਂ ਕੰਮ ਕਰਦੇ। ਫਿਰ ਮੇਨ ਤਾਂ ਹੋਇਆ, ਮੇਨ ਨੂੰ ਤਾਂ ਛੱਡੀ ਫਿਰਦੇ ਨੇ, ਮੇਨ ਨੂੰ ਤਾਂ ਛੱਡੀ ਫਿਰਦੇ ਨੇ। ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਮੇਨ ਕੀ ਹੈ, ਉਹ ਮੇਨ ਤ੍ਰਿਕੁਟੀ ਹੈ, ਉਹਨੂੰ ਤਾਂ ਛੱਡੀ ਫਿਰਦੇ ਨੇ, 5 ਨੂੰ ਲਈ ਫਿਰਦੇ ਨੇ। ਇੰਨੇ ਜੋਗੇ ਹੀ ਨੇ, ਇੰਨੇ ਜੋਗੇ ਹੀ ਨੇ। ਤਾਂ ਗੁਰਬਾਣੀ ਕਹਿੰਦੀ ਹੈ 6 ਘਰ, 6 ਗੁਰ, 6 ਉਪਦੇਸ਼। ਗੁਰ ਗੁਰ ਏਕੋ ਬੇਸ ਅਨੇਕ, ਚੇਤਨਾ ਇੱਕੋ ਹੀ ਹੈ। ਉਹ ਚੇਤਨਾ ਤਾਂ ਇੱਕੋ ਹੀ ਕੰਮ ਕਰਦੀ ਹੈ ਸਾਰਿਆਂ ਦੇ ਵਿੱਚ, ਗਿਆਨ ਇੰਦਰੀਆਂ 'ਚ। ਚਾਹੇ ਅੱਖਾਂ 'ਚ ਕੰਮ ਕਰਦੀ ਹੈ, ਚਾਹੇ ਨੱਕ ਦੇ ਥਰੂ ਕਰਦੀ, ਦਿਮਾਗ 'ਚੋਂ। ਪਹਿਲਾਂ ਬ੍ਰੇਨ, ਫਿਰ ਥੱਲੇ ਵਾਲੇ। ਬ੍ਰੇਨ 'ਚ ਆ ਕੇ ਹੀ ਥੱਲੇ ਕੰਮ ਕਰੂ, ਤ੍ਰਿਕੁਟੀ ਤੋਂ ਬਿਨਾਂ ਨਹੀਂ ਕੰਮ ਕਰ ਸਕਦਾ। ਇੱਥੇ ਤੱਕ ਪਹੁੰਚੇ ਹੀ ਨਹੀਂ ਅਰਥਾਂ ਤੱਕ, ਕਿਉਂਕਿ ਅਰਥ ਇਹਨਾਂ ਕੋਲ ਪੰਡਤ ਵਾਲੇ ਨੇ, ਰਿਸ਼ੀਆਂ ਮੁਨੀ ਵਾਲੇ ਨੇ। ਜੋ ਉਹਨੇ ਪੰਡਤ ਨੇ ਬਾਟ ਪਾੜੀ ਸੀ ਨਾ, ਵੇਦ ਤੋਂ ਉਲਟ ਥੱਲੇ ਲੈ ਗਿਆ ਸੀ ਵਿਦਵਾਨ ਲੈਵਲ ਤੇ, ਉਸ ਲੈਵਲ ਦੇ ਅਰਥ ਨੇ। ਗੁਰਬਾਣੀ ਨੇ ਉਹ ਅਰਥ ਚੱਕ ਕੇ ਉੱਪਰਲੇ ਲੈਵਲ ਤੇ ਕੀਤੇ ਨੇ, ਸ਼ੁੱਧ ਕੀਤੇ ਨੇ। ਇਹਨਾਂ ਨੇ ਉਹ ਸਮਝੇ। ਚੁੱਪੈ ਚੁੱਪ ਨਾ ਹੋ ਗਈ, ਜੇ ਲਾਏ ਰਹਾਂ ਦੇ ਵਿਤਾਰ। ਇੱਕ ਚੁੱਪ ਕਰਨ ਵਾਲੇ ਬੰਦੇ ਨੇ, ਸਮਾਧੀ ਲਾ ਕੇ ਵੀ ਚੁੱਪ ਕਰੇ ਤੇ ਪਤਾ ਲੱਗ ਜੂ ਜੀ।
ਕਹਿੰਦੇ ਚਲੋ ਪਤਾ ਲੱਗੂ ਨਾ ਲੱਗੂ ਤਾਂ ਬਾਅਦ ਦੀ ਗੱਲ, ਚੁੱਪ ਕਰੇ ਤੇ ਪਤਾ ਲੱਗੂ ਨਾ ਲੱਗੂ ਤਾਂ ਬਾਅਦ ਦੀ ਗੱਲ, ਪਰ ਮਨ ਚੁੱਪੇ ਨਹੀਂ ਹੋ ਸਕਦਾ। ਲਾਈ ਦਾ ਜਵਾਬ, ਜੇ ਚੁੱਪ ਕਰੂ ਤਾਂ ਹੀ ਪਤਾ ਲੱਗੂ ਨਾ, ਜੇ ਚੁੱਪੇ ਨਾ ਹੋਵੇ ਫਿਰ ਰਸਤਾ ਹੀ ਗਲਤ ਹੈ। ਆਪਾਂ ਕੰਮ ਕਰਨ ਲੱਗੇ ਆ ਨਾ ਵੀ ਇਹਨੂੰ ਚੁੱਪ ਕਰਾਉਣਾ ਮਨ ਨੂੰ, ਜੇ ਚੁੱਪੇ ਨਾ ਕਰੇ, ਜਿਹੜਾ ਤਾਂ ਤਰੀਕਾ ਅਡਾਪਟ ਕੀਤਾ ਇਹਦੇ ਨਾਲ, ਜੋ ਪ੍ਰੋਸੀਜਰ ਮਨ ਨੂੰ ਚੁੱਪ ਕਰਾਉਣ ਦਾ ਅਡਾਪਟ ਕੀਤਾ, ਜੇ ਇਸ ਪ੍ਰੋਸੀਜਰ ਨਾਲ ਮਨ ਚੁੱਪ ਕੀਤਾ ਹੀ ਨਾ ਫਿਰ ਕੀ ਹੋਊਗਾ। ਗੱਲ ਇਹ ਹੈ ਜਿਵੇਂ ਉਹ ਚੁੱਪ ਕਰਾਉਂਦੇ ਨੇ ਮਨ ਨੂੰ, ਜੋਗੀ ਉਵੇਂ ਚੁੱਪ ਹੁੰਦਾ ਨਹੀਂ, ਹੋ ਨਹੀਂ ਸਕਦਾ, ਕਿਉਂਕਿ ਗਿਆਨ ਤੋਂ ਸਖਣਾ ਮਨ ਨੂੰ ਚੁੱਪ ਕਰਾਉਂਦੇ ਨੇ, ਉੱਥੇ ਵੈਕੂਮ ਪੈਦਾ ਹੁੰਦਾ ਹੈ। ਚੁੱਪ ਕਦ ਕਰੂਗਾ, ਇਹਨੂੰ ਸਮਝਣ ਲਾ ਦੋ, ਸੋਚਣਾ ਬੰਦ ਹੋ ਜੂਗਾ। ਸੋਚਣ ਤੋਂ ਚੁੱਪ ਕਰਾਉਂਦੇ ਨੇ ਅਸਲ 'ਚ, ਇੰਨਾ ਤਾਂ ਉਹਨਾਂ ਨੂੰ ਪਤਾ ਵੀ ਸੋਚਣਾ ਗਲਤ ਹੈ। ਚੁੱਪ ਕਰਾਉਣਾ, ਉਹ ਚੁੱਪ ਕਰਨਾ ਆਇਆ ਹੈ, ਚੁੱਪ ਤਾਂ ਇਹਨੇ ਮਰ ਕੇ ਆਪੇ ਹੋ ਜਾਣਾ। ਫਿਰ ਗਿਆਨ ਹੋ ਜੂ। ਜੇ ਚੁੱਪ ਕਰੇ ਤਾਂ ਗਿਆਨ ਹੁੰਦਾ ਤਾਂ ਚੁੱਪੇ ਸੀਗਾ ਜਦ ਇਹ ਜੰਮੇ, ਉਹ ਤਾਂ ਪਹਿਲਾਂ ਤੇ ਰੇਤੇ 'ਚ ਚੁੱਪੇ ਹੁੰਦਾ, ਉੱਥੇ ਹੀ ਹੋ ਜਾਂਦਾ ਗਿਆਨ। ਜਨਮ ਕਾਸ ਨੂੰ ਲੈਣਾ ਸੀ, ਕੌਣ ਦੱਸੇ ਇਹਨਾਂ ਨੂੰ ਇਹ ਗੱਲ? ਇਹ ਗੱਲ ਕੌਣ ਦੱਸੇ? ਇਹ ਗੱਲਾਂ ਬੈਕ 'ਚ ਨੇ, ਇਹ ਗੱਲਾਂ ਬੈਕ ਦੇ ਵਿੱਚ ਨੇ। ਤੇਰੇ ਤੇ ਚੁੱਪੇ ਹੁੰਦਾ, ਸੁਣ ਮਸੁਣ ਹੁੰਦਾ। ਉਹ ਸੁਣ ਕਹਿੰਦੇ ਨੇ ਜੋਗੀ, ਦੱਸੋ ਗੁਰੂ ਨਾਨਕ ਕਹਿੰਦੇ ਨੇ ਤੇਰੇ ਆਪਣਾ ਸੁਣ ਮਸੁਣ, ਸੁਣ ਤੋਂ ਵੀ ਮਸੁਣ ਹੁੰਦਾ ਹੈ, ਹਮੇਸ਼ਾ ਵਾਸਤੇ ਹੀ ਸੁਣ ਹੋ ਜਾਂਦਾ ਹੈ। ਉਦੋਂ ਹੋ ਜਾਂਦਾ ਗਿਆਨ, ਫਿਰ ਕੀ ਮਰੇ ਤੇ ਗਿਆਨ ਹੋ ਜੂ। ਤਾਂ ਹੀ ਕਹਿੰਦੇ ਨੇ ਮਰੇ ਤੇ ਮੁਕਤੀ ਮਿਲ ਜੂ। ਉਹ ਜੇ ਮਰੇ ਤੇ ਮੁਕਤੀ ਭਰਿਆ ਹੋਇਆ ਸੀ ਜੰਮੇ ਹੀ ਕਾਹਦੇ, ਫਿਰ ਕੋਈ ਜਵਾਬ ਨਹੀਂ। ਫਿਰ ਇਹਨਾਂ ਕੋਲ ਜਵਾਬ ਕੁਛ ਵੀ ਨਹੀਂ ਹੈ। ਤਾਂ ਹੀ ਤਾਂ ਕਬੀਰ ਕਹਿੰਦਾ, ਕਬੀਰ ਬੇੜਾ ਜਰਜਰਾ ਬੂਟੇ 6000, ਜਿੱਥੇ ਉਂਗਲੀ ਰੱਖ ਦੋ ਗਲੀ ਹੋ ਜਾਂਦੀ ਹੈ। ਜਿੱਥੇ ਰੱਖ ਦੋ ਉੱਥੇ ਹੀ ਗਲੀ ਹੋ ਜਾਂਦੀ ਹੈ। ਚੁੱਪ ਨਹੀਂ ਹੋ ਸਕਦਾ ਮਨ, ਗਿਆਨ ਕਾ ਬੱਧਾ ਮਨ ਰਹੇ। ਜੇ ਇਹਨੂੰ ਸਮਝਣ ਲਾ ਦਈਏ ਨਾ, ਸੋਚਣ ਤੇ ਆਪੇ ਚੁੱਪ ਹੋ। ਇਹਨੂੰ ਸਮਝਣ ਲਾਉਣਾ, ਸਮਝਦਾ ਹੋਇਆ ਚੁੱਪ ਆਪੇ ਹੀ ਹੈ। ਚੁੱਪ ਕਰ ਗਿਆ, ਸਮਝਦਾ ਹੈ ਨਹੀਂ, ਆਇਆ ਸਮਝ ਆਇਆ ਸੁਣਨ ਪੜਨ ਕੋ ਬਾਣੀ, ਤੇ ਚੁੱਪ ਕਰੇ ਦਾ ਕੀ ਫਾਇਦਾ ਆਇਆ? ਫਿਰ ਸਮਾਧੀ ਲਾਈ ਜਾਂਦੇ ਨੇ, ਸਮਾਧੀ ਦਾ ਪ੍ਰਚਾਰ ਫੇਰ ਕਰੀ ਜਾਂਦੇ ਨੇ ਸੰਤ। ਉਹ ਸੁਣਨ ਪੜਨ ਕੋ ਬਾਣੀ ਆਇਆ, ਸਮਾਧੀ 'ਚ ਸੁਣਨਾ ਹੁੰਦਾ ਕੁਛ। ਜੇ ਸਮਾਧੀ ਦਾ ਲਾਉਂਦੇ ਹੀ ਉੱਥੇ ਨੇ ਜਿੱਥੇ ਕੋਈ ਸੁਣੇ ਨਾ, ਸਮਾਧੀ ਟੁੱਟ ਜਾਂਦੀ ਹੈ। ਭੋਰਿਆਂ 'ਚ ਕਾਹਦੇ ਵੜਦੇ ਨੇ? ਉਹ ਸੁਣਨ ਪੜਨ ਕੋ ਬਾਣੀ ਹੈ, ਲਾਉਣਾ ਸਮਾਧੀ। ਤੇ ਮੱਤ ਤਾਂ ਸਾਰੀ ਪਹਿਲੇ ਹੀ ਮਾਰੀ ਹੋਈ ਹੈ, ਇੱਥੇ ਫਸੇ ਨੇ ਸਾਰੇ ਹੀ। ਜੇ ਉਹ ਸੁਣਨ ਆਇਆ ਹੈ, ਸੁਣਾਓ ਗੁਰਬਾਣੀ, ਗੁਰਬਾਣੀ ਸੁਣਾਓ, ਬਾਣੀ ਤੱਕ ਪਹੁੰਚ ਜੂਗਾ। ਗੁਰਬਾਣੀ ਦੇ ਨਾਲ ਲਾ ਕੇ ਨਾ ਉਹਨੂੰ ਚਾਟ, ਇਹ ਤਾਂ ਚਾਟ ਹੀ ਲੱਗਦੀ ਹੈ, ਇਹ ਤਾਂ ਪਰਚਾ ਹੀ ਹੈ। ਪਰਚਾ ਚਾਟ ਹੁੰਦੀ ਹੈ। ਭੱਟ ਕਹਿ ਰਹੇ ਕਿਨੂੰ ਨਾ ਪਰਚਾ ਲਾਇਓ, ਬਰਸ ਇਹ ਕਹੋ ਫਿਰਿਓ। ਕਈ ਕਹਿੰਦੇ ਬਰਸ ਇੱਕਦਮ ਇੱਕ ਨਹੀਂ ਹੈ, ਏਕ ਦਾ ਮਤਲਬ ਕਈ ਏਕ, ਬਹੁਤ ਸਾਲ। ਬਰਸ ਇਹ ਕਹੋ ਫਿਰਿਓ, ਕਿਨੂੰ ਨਾ ਪਰਚੋ ਲਾਇਓ। ਕਿਸੇ ਨੇ ਅੱਜ 8 ਨਹੀਂ ਲਾਈ ਗੁਰਬਾਣੀ ਵਾਲੀ, ਦੱਸਿਆ ਹੀ ਨਹੀਂ ਹੈ। ਨਾਮ ਦੇ ਰਸ ਵੱਲ ਨਹੀਂ ਲਾਇਆ ਕਿਸੇ ਨੇ, ਦੱਸਿਆ ਹੀ ਨਹੀਂ ਕਿਸੇ ਨੇ। ਇਹਦਾ ਮਤਲਬ ਕੋਈ ਥਾਂ ਹੀ ਨਹੀਂ ਸੰਸਾਰ 'ਚ, ਗੁਰੂ ਘਰ ਦੇ ਬਿਨਾਂ ਹੋਰ ਕੋਈ ਥਾਂ ਨਹੀਂ। ਪੱਟਾਂ ਦੀ ਗਵਾਹੀ ਹੈ। ਦਸਮ ਪਾਤਸ਼ਾਹ ਵੀ ਕਹਿੰਦੇ ਨੇ ਪਿੱਛੋਂ, संत समूह अनेक मति के, सारे ही देश को देख रहे हो, मत को ना देखे प्राणपति के। सब मतां खोखड़ियां ने, खोखड़ियां थोथियां। फोकड़ धर्म कछू फल ना है, सारे धर्म फोके ने, कोई फल नहीं है।
ਮਨ ਨੂੰ ਜੇ ਸੋਚਣਾ ਬੰਦ ਕਰਨਾ ਹੈ, ਇਹਨੂੰ ਸਮਝਣ ਲਾ ਦਿਓ, ਵਿਚਾਰਨ ਲਾ ਦਿਓ। ਵਿਚਾਰਨ ਲੱਗ ਗਿਆ, ਵਿਚਾਰਨ ਵਿੱਚ ਕੁਝ ਗੇਨ ਹੈ, ਪ੍ਰਾਪਤੀ ਹੈ। ਸਮਝਣ ਵਿੱਚ ਕੁਝ ਪ੍ਰਾਪਤੀ ਹੈ। ਬੱਚਾ ਪੜ੍ਹਨ ਲੱਗਦਾ, ਸਮਝਦਾ ਸਮਝਦਾ ਕਿੱਡਾ ਗੁਣਵਾਨ ਗਿਆਨਵਾਨ ਬਣ ਜਾਂਦਾ। ਕੋਈ ਡਾਕਟਰ ਬਣ ਜਾਂਦਾ ਹੈ, ਕੋਈ ਸਾਇੰਸਦਾਨ ਬਣ ਜਾਂਦਾ ਹੈ, ਕੋਈ ਮਕੈਨਿਕ ਪਰ ਇੰਜੀਨੀਅਰ ਬਣ ਜਾਂਦਾ ਹੈ, ਕੋਈ ਡਾਕਟਰ ਬਣ ਜਾਂਦਾ ਹੈ, ਕੋਈ ਵਕੀਲ ਬਣ ਜਾਂਦਾ ਹੈ। ਸਮਝ ਕੇ ਹੀ ਬਣਦਾ, ਸੋਚ ਕੇ ਨਹੀਂ ਬਣਦਾ। ਜੇ ਸੋਚ ਕੇ ਬਣਦਾ ਗਿਆਨ ਹੁੰਦਾ ਫਿਰ ਕਾਲਜ ਬੰਦ ਕਰਕੇ ਮਾਲਾ ਫੜਾ ਦਿਓ ਜਵਾਕਾਂ ਨੂੰ, ਬਣ ਜਾਣ ਦੇ ਵਕੀਲ ਬਣਾ ਕੇ ਦਿਖਾ ਦਿਓ, ਬਣਾ ਕੇ ਦਿਖਾ ਦਿਓ ਡਾਕਟਰ। ਸਭ ਪਖੰਡ ਹੈ ਇਹਨਾਂ ਦਾ, ਪਖੰਡ। ਬਣਾ ਕੇ ਦਿਖਾਓ ਡਾਕਟਰ। ਜੇ ਸੋਚ, ਜੇ ਮਾਲਾ ਦਾ ਗਿਆਨ ਹੁੰਦਾ ਹੈ, ਜੇ ਸਮਾਧੀ ਨਾਲ ਗਿਆਨ ਹੁੰਦਾ, ਸਮਾਧੀ ਲਾ ਕੇ ਡਾਕਟਰ ਬਣਾਓ। ਫੇ ਆ 4-4 ਲੱਖ 5-5 ਲੱਖ ਰੁਪਈਆ ਫੀਸਾਂ ਦਿੰਦੇ ਨੇ, 10-10 ਲੱਖ ਰੁਪਈਆ ਲੋਕ। ਇਹ ਤਾਂ ਮੌਜਾਂ ਬਣ ਜਾਣ। ਗਰੀਬ ਵੀ ਕਰ ਸਕਦਾ, ਇਹ ਤਾਂ ਗਰੀਬ ਹੀ ਕਰ ਸਕਦਾ ਹੈ। ਸਭ ਝੂਠੇ ਨੇ, ਪਖੰਡੀ ਨੇ। ਪ੍ਰੈਕਟੀਕਲ ਕਰਕੇ ਦਿਖਾਓ ਕੁਝ, ਫਿਰ ਮੰਨ ਲਾਂਗੇ। ਪ੍ਰੈਕਟੀਕਲੀ ਕੁਛ ਨਹੀਂ। ਕੋ ਇਹਦਾ ਹੁਕਮ ਨਹੀਂ ਨਾ ਹੈ ਕਿੰਤੂ ਪ੍ਰੰਤੂ ਦਾ। ਕਿੰਤੂ ਪ੍ਰੰਤੂ ਦਾ ਜਿਹੜਾ ਧਰਮ ਤੇ ਕਰਦਾ ਉਹ ਤਾਂ ਨਾਸਤਕ ਹੈ, ਆਪੇ ਨਾਸਤਕ ਹੈ। ਮੈਂ ਝੂਠਾ, ਕਿੰਤੂ ਪ੍ਰੰਤੂ ਕਰਨ ਵਾਲਾ ਨਾਸਤਕ ਹੈ। ਝੂਠਿਆਂ ਦੇ ਧਰਮਾਂ ਨੇ ਨਾਸਤਕ ਪੈਦਾ ਕੀਤੇ ਨੇ। ਗੁਰਬਾਣੀ ਵਾਸਤੇ ਕੋਈ ਨਾਸਤਕ ਨਹੀਂ। ਉਹ ਕਹਿੰਦੇ ਆਸਤੀ ਨਾਸਤ ਦੋਨੋਂ ਭਾਈ। ਉਹ ਸੰਤ ਵੀ ਉਹ ਜਿਹਾ ਹੀ ਨਾਸਤਕ ਹੈ, ਆਸਤੀ ਹੈ ਜਿਹੜਾ ਆਸ ਤੇ ਬੈਠਾ ਸਮਾਧੀ ਲਾਈ, ਉਹ ਨਾਸਤਕ ਵੀ ਉਹ ਜਿਹਾ ਹੀ ਹੈ। ਦੋਵੇਂ ਬਰਾਬਰ ਨੇ। ਉਹਦਾ ਚੇਲਾ ਔਰ ਉਹਦਾ ਵਿਰੋਧੀ, ਜਾਂ ਵਿਰੋਧੀ ਔਰ ਸੰਤ ਇੱਕੋ ਜਿਹੀ ਨੇ। ਕਿਸੇ ਹੱਦ ਤੱਕ ਵਿਰੋਧੀ ਚੰਗਾ, ਕਮ ਸੇ ਕਮ ਪਖੰਡ ਨੂੰ ਤਾਂ ਨਹੀਂ ਮੰਨਦਾ। ਜਿਹੜੇ ਨਾਸਤਕ ਨੇ, ਰਾਖਸ਼ ਨੇ, ਗੁਰਮਤਿ ਉਹਨਾਂ ਨੂੰ ਆੜੇ ਨਹੀਂ ਮੰਨਦੇ, ਚੰਗੇ ਮੰਨਦੇ। ਝੂਠੇ ਰੱਬ ਨੂੰ ਨਹੀਂ ਮੰਨਿਆ ਉਹਨਾਂ ਨੇ, ਝੂਠੇ ਧਰਮ ਨੂੰ ਨਹੀਂ ਮੰਨਿਆ। ਬਹਾਦਰੀ ਹੈ ਉਹਨਾਂ ਦੀ, ਫਸੇ ਨਹੀਂ ਜਾਲ ਜਿਹਨਾਂ ਦੇ। ਪਰ ਗਲਤੀ ਇੰਨੀ ਹੈ, ਕੋੜੀਆਂ ਨੇ ਖੋਜਿਆ, ਉਹਨਾਂ ਨੇ ਵੀ ਨਹੀਂ ਜਨਮ ਪਵਾ ਲਿਆ ਆਪਣਾ। ਵੀ ਜੇ ਇਹ ਪਖੰਡੀ ਨੇ, ਤੁਸੀਂ ਤਾਂ ਖੋਜ ਲਓ। ਉਹਨਾਂ ਨੇ ਧਰਮ ਦੀ ਲੋੜ ਹੀ ਨਹੀਂ ਸਮਝੀ, ਇਹ ਗਲਤੀ ਕੀਤੀ। ਧਰਮ ਦੀ ਲੋੜ ਹੀ ਨਹੀਂ, ਇਹ ਨਹੀਂ ਸੀ ਕੰਮ। ਜਨਮ ਚਲਾ ਗਿਆ ਉਹਨਾਂ ਦਾ ਆਪਣਾ। ਉਹ ਗੱਲ ਤੇ ਵਿਸ਼ਵਾਸ ਵੀ ਨਹੀਂ ਕੀਤਾ ਕਿ ਧਰਮ ਦੀ ਲੋੜ ਹੈ। ਹਾਂ, ਜਿਹੋ ਜਿਹਾ ਧਰਮ ਸੰਸਾਰ 'ਚ ਉਹਦੀ ਲੋੜ ਨਹੀਂ ਹੈ, ਇਹ ਤਾਂ ਗੱਲ ਠੀਕ ਸੀ। ਜੋ ਜਿਹੋ ਜਿਹਾ ਰੱਬ ਉਹ ਦੱਸਦੇ ਨੇ ਪਰਮਾਤਮਾ ਹੈ ਨਹੀਂ, ਇਹ ਵੀ ਗੱਲ ਠੀਕ ਹੈ। ਪਰ ਇਹਦਾ ਮਤਲਬ ਇਹ ਨਹੀਂ ਪਰਮਾਤਮਾ ਹੈ ਉਹ ਨਹੀਂ। ਤੁਸੀਂ ਲੱਭੋ, ਜੇ ਤੁਹਾਨੂੰ ਨਹੀਂ ਲੱਭਿਆ ਤੁਸੀਂ ਲੱਭ ਲਓ। ਪਾਣੀ ਹੈਗਾ ਜ਼ਮੀਨ ਦੇ ਵਿੱਚ, ਦੂਰ ਹੈ। ਕੋਈ 2-4 ਫੁੱਟ ਦਾ, 10 ਫੁੱਟ ਦਾ, ਕੋਈ 20 ਫੁੱਟ ਦਾ, ਕੋਈ 50 ਫੁੱਟ ਦਾ ਟੋਆ ਪੱਟ ਕੇ ਹਟ ਗਿਆ। ਜਾਂ ਟੋਏ ਦੀ ਬਜਾਏ ਕੋਈ ਸੁਰਗ ਲੈ ਗਿਆ, ਸਿੱਧੀ ਹੋ ਲੈ ਤਾਂ ਬਹੁਤ ਦੂਰ ਗਿਆ, ਪਰ ਥੱਲੇ ਨੂੰ ਨਹੀਂ ਲੈ ਗਿਆ, ਸੁਰਗ ਜੀ ਬਣਾ ਕੇ ਲੈ ਗਿਆ। ਉਹ ਪਾਣੀ ਦੇ ਕਿਵੇਂ ਪਹੁੰਚ ਜੂ? ਚਾਹੇ ਸਾਰੀ ਧਰਤੀ ਖੋਦ ਲਵੇ, ਥੱਲੇ ਨੂੰ ਤਾਂ ਜਾ ਨਹੀਂ ਰਿਹਾ ਹੈ, ਸੁਰੰਗੇ ਲੈ ਜਾ ਰਿਹਾ। ਉੱਪਰ ਫਿਰ ਵੀ ਨਹੀਂ ਪਾਣੀ ਤੇ ਜਾਣਾ। ਤੁਸੀਂ ਸਿੱਧਾ ਪੱਟੋ ਥੱਲੇ ਨੂੰ, ਪੜਦੇ ਰਹੋ, ਪਾਣੀ ਆਊਗਾ। ਆਪ ਖੋਜ ਕਰੋ, ਆਪ ਨਹੀਂ ਕੀਤੀ ਉਹਨਾਂ ਨੇ। ਸਭੋਂ ਧਰਮ ਤੋਂ ਹੀ ਮੁਨਕਰ ਹੋ ਗਏ, ਉਹਨਾਂ ਨੇ ਨੁਕਸਾਨ ਕੀਤਾ। ਉਹਨਾਂ ਦਾ ਉਹ ਇੱਕੋ ਜਿਹੇ ਹੋ ਗਏ ਨਾ ਫਿਰ ਦੋਨੋਂ ਭਾਈ। ਉਹ ਕਹਿੰਦੇ ਨੇ ਰੱਬ ਹੈਗਾ, ਉਹਨਾਂ ਵਾਲਾ ਉਹੀ ਹੈ ਨਹੀਂ, ਝੂਠੇ ਨੇ। ਉਹ ਕਹਿੰਦੇ ਨੇ ਰੱਬ ਹੈ ਉਹ ਨਹੀਂ, ਉਹ ਵੀ ਝੂਠੇ ਨੇ। ਦੋਵੇਂ ਭਾਈ ਨੇ, ਝੂਠੇ ਦੋਵੇਂ ਨੇ। ਜਿਹੜੇ ਕਹਿੰਦੇ ਨੇ ਹੈ ਨਹੀਂ, ਉਹ ਵੀ ਝੂਠੇ ਨੇ।
ਜਿਹੜੇ ਕਹਿੰਦੇ ਹੈਗਾ ਪਰ ਆਹ ਹੈ ਰੱਬ, ਭਗਵਾਨ ਕ੍ਰਿਸ਼ਨ ਰੱਬ ਹੈ ਜਾਂ ਰਾਮ ਰੱਬ ਹੈ ਜਾਂ ਸ਼ਿਵ ਰੱਬ ਹੈ ਜਾਂ ਗੁਰੂ ਨਾਨਕ ਰੱਬ ਹੈ ਜਾਂ ਹੋਰ ਹੈ, ਉਹ ਵੀ ਝੂਠੇ ਨੇ, ਝੂਠੇ ਦੋਏ ਨੇ। ਇਸ ਕਰਕੇ ਦੋਨੋਂ ਭਾਈ ਨੇ ਉਹ ਬਈ ਝੂਠੇ ਝੂਠੇ ਭਾਈ ਹੁੰਦੇ ਨੇ, ਸਕੇ ਨਹੀਂ ਮਸੇਰੇ ਭਾਈ ਕਹਿ ਲਓ। ਆਸ ਤੇ ਨਾਸ ਦੋਨੋਂ ਭਾਈ, ਦੋ ਹੀ ਭਾਈ ਨੇ, ਬਰਾਬਰ ਹੀ ਨੇ, ਇੱਕੋ ਜਿਹੇ ਨੇ ਦੋਏ। ਧਰਮ ਦੇ ਦੋ ਹੀ ਵਿਰੋਧੀ ਨੇ। ਸੱਚ ਧਰਮ ਜਾਂ ਪ੍ਰਗਟ ਹੁੰਦਾ, ਨਾਸਤਿਕ ਪਹਿਲਾਂ ਮੰਨਦੇ ਨੇ, ਨਾਸਤਿਕ ਪਹਿਲਾਂ ਮੰਨਦੇ ਨੇ, ਬਾਅਦ ਦਲੀਲ ਹੁੰਦੇ ਨੇ ਕਿ ਪਹਿਲਾਂ ਦਲੀਲਾਂ ਨਾਲ ਝੂਠੇ ਕਰਦੇ ਨੇ ਲੋਕਾਂ ਨੂੰ। ਉਹ ਦਲੀਲਾਂ ਨਾਲ ਇਹਨਾਂ ਨੂੰ ਝੂਠੇ ਕਰਦੇ ਨੇ ਨਾ, ਜਾਂ ਦਲੀਲਾਂ ਉਹਨਾਂ ਨੂੰ ਝੂਠੇ ਕਰਦੀਆਂ ਨੇ, ਫਿਰ ਉਹਨਾਂ ਨੂੰ ਮੰਨਣਾ ਪੈਂਦਾ। ਉਹ ਦਲੀਲ ਤੇ ਖੜਦੇ ਹੁੰਦੇ ਨੇ, ਕਹਿੰਦੇ ਉਹ ਦਲੀਲ ਨਾਲ ਗੱਲ ਕਰੋ, ਜਾਂ ਦਲੀਲ ਚਾਪ ਢਾਏ ਜਾਂਦੇ ਨੇ। ਜੇ ਭਜਦੇ ਨੇ ਫਿਰ ਲੋਕਾਂ ਦੇ ਵਿੱਚ ਜਿਹੜੀ ਇੱਜ਼ਤ ਬਣੀ ਹੋ ਜਾਂਦੀ ਹੈ ਕਿ ਹੁਣ ਤੁਸੀਂ ਭਜਦੇ, ਫਿਰ ਉਹ ਕਹਿੰਦੇ ਨੇ ਇਹ ਤਾਂ ਹੈਗਾ ਪਰ ਇਹ ਤਾਂ ਆਹ ਕਹਿੰਦੇ ਸੀ, ਇਹਨੂੰ ਅਸੀਂ ਮੰਨਿਆ ਨਹੀਂ, ਇਹੋ ਜਿਹਾ ਤਾਂ ਹੈ ਨਹੀਂ ਸੀ। ਕਹਿੰਦੇ ਹਾਂ ਉਹ ਇਹੋ ਜਿਹਾ ਹੈ ਨਹੀਂ ਸੀ, ਉੱਥੇ ਤੁਸੀਂ ਸੱਚੇ ਸੀ, ਅੱਧੇ ਤਾਂ ਸੱਚੇ ਬਣ ਗਏ ਨਾ ਉਹ। ਹਾਂ ਵੀ ਆਹ ਹੈਗਾ ਆਹ ਹੈ ਨਹੀਂ ਸੀ, ਅਸੀਂ ਤਾਂ ਇਹਨੂੰ ਕਹਿੰਦੇ ਤੇ ਵੀ ਇਹੋ ਜਿਹਾ ਰੱਬ ਨਹੀਂ ਹੁੰਦਾ। ਉਹ ਕਹਿੰਦੇ ਇਹੋ ਜਿਹਾ ਤਾਂ ਅਸੀਂ ਵੀ ਨਹੀਂ ਮੰਨਦੇ, ਹੁੰਦਾ ਨਹੀਂ। ਇਹ ਝੂਠਿਆਂ ਦੇ ਰੱਬ ਨੇ ਬਣਾਏ, ਤਰ੍ਹਾਂ ਤਰ੍ਹਾਂ ਦੇ ਰੱਬ ਨੇ, ਤਰ੍ਹਾਂ ਤਰ੍ਹਾਂ ਦੇ ਧਰਮ ਨੇ, ਤਰ੍ਹਾਂ ਤਰ੍ਹਾਂ ਦੇ ਤੀਰਥ ਨੇ, ਭਾਂਤ 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 ਦੇ ਨਾਮ ਨੇ, ਭਾਂਤ ਭਾਂਤ ਦੇ ਜਪ ਨੇ, ਭਾਂਤ ਭਾਂਤ ਦੇ ਤਪ ਨੇ, ਭਾਂਤ ਭਾਂਤ ਦੀ ਭਗਤੀ ਹੈ, ਸਭ ਕੁਝ ਭਾਂਤ ਭਾਂਤ ਦੇ ਨੇ। ਤੇ ਗੁਰਬਾਣੀ ਦਾ ਵੀ ਹੈ ਤਪ, ਜਪ, ਨਾਮ, ਸਿਮਰਨ। ਗੁਰਬਾਣੀ ਦਾ ਉਹ ਹੈ ਜਿਹੜਾ ਸੱਚਖੰਡ ਤੋਂ ਦੱਸਿਆ ਹੋਇਆ। ਜਿਨ੍ਹਾਂ ਦੀ ਭਗਤੀ ਕਰਨੀ ਉਹਨਾਂ ਨੇ ਦੱਸਿਆ ਵੀ ਆਹ ਕਰਿਓ। ਇਹ ਯੂਨੀਵਰਸਿਟੀ ਦਾ ਸਿਲੇਬਸ ਹੈ, ਜਿਨ੍ਹਾਂ ਨੇ ਇਮਤਿਹਾਨ ਲੈਣਾ ਉਹਨਾਂ ਦਾ ਦੱਸਿਆ ਸਿਲੇਬਸ ਹੈ, ਉਹਨਾਂ ਦਾ ਆਪਣਾ ਹੀ ਬਣਾਇਆ ਸਿਲੇਬਸ, ਉਹਨਾਂ ਨੇ ਕਿਹੜਾ ਇਮਤਿਹਾਨ ਦੇਣਾ। ਉਹਨਾਂ ਨੇ ਇਮਤਿਹਾਨ ਨਹੀਂ ਦੇਣਾ, ਉੱਥੇ ਨਹੀਂ ਜਾਣਾ ਚਾਹੁੰਦੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਉਹ ਤਾਂ ਇੱਥੇ ਆਪਣਾ ਪ੍ਰਪੰਚ ਬਣਾ ਕੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਨੇ, ਉਹਨਾਂ ਦੀਆਂ ਰੋਟੀਆਂ ਵਧੀਆ ਸਿੱਖਦੀਆਂ ਨੇ। ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲੈ ਬਤਾਰ। ਜੇ ਏਦਾਂ ਹੀ ਚੁੱਪ ਹੋ ਜਾਂਦਾ ਹੋਵੇ ਮਨ, ਮਨ ਨੂੰ ਚੁੱਪ ਕਰਾਉਣਾ ਇਹ ਗੱਲ ਠੀਕ ਹੈ, ਪਰ ਏਦਾਂ ਨਹੀਂ ਚੁੱਪ ਹੁੰਦਾ ਸਮਾਧੀ ਲਾ ਕੇ। ਇਹ ਤਾਂ ਫਿਰ ਸੌਖਾ ਹੀ ਆ, ਕੋਈ ਉਹ ਚੁੱਪ ਕਰਾ ਲੂਗਾ, ਮੈਂ ਵੀ ਲਿਵਤਾਰ ਲਾ ਕੇ ਬਹਿ ਜਾਣਾ। ਏਦਾਂ ਨਹੀਂ ਹੁੰਦਾ, ਏਦਾਂ ਚੁੱਪ ਨਹੀਂ ਕਰਦਾ। ਜੇ ਮੂੰਹ ਦੇ ਚੁੱਪ ਹੋਣ ਨਾਲ ਮਨ ਚੁੱਪ ਕਰ ਜਵੇ, ਕਹਿਣ ਦਾ ਮਤਲਬ ਇਹ ਹੈ ਅੰਦਰੋਂ ਮਨ ਨਹੀਂ ਚੁੱਪ ਕਰਦਾ ਹੁੰਦਾ, ਅੰਦਰੋਂ ਫੁਰਨੇ ਉੱਠੀ ਜਾਂਦੇ ਨੇ। ਮੂੰਹ ਤਾਂ ਤੁਸੀਂ ਨਹੀਂ ਜ਼ਾਹਰ ਕਰਦੇ ਬੋਲ ਕੇ, ਫਿਰ ਕੀ ਫਰਕ ਪੈ ਗਿਆ। ਬਈ ਧੂਆਂ ਲੱਕੜ ਚੋਂ ਜਦ ਬੰਦ ਹੋਊਗਾ ਜਦ ਅੰਦਰ ਆ ਕੇ ਬੁਝੇ ਲੱਕੜ ਦੇ ਅੰਦਰ ਦਾ, ਲੱਕੜ ਦੇ ਅੱਗ ਹੈ, ਧੂਆਂ ਦਾ ਬਾਹਰ ਆਉਣਾ ਹੀ ਆਉਣਾ। ਹਾਂ ਅੱਗ ਨਹੀਂ ਜਲਦੀ, ਇਹ ਠੀਕ, ਅੱਗ ਨਹੀਂ ਜਲਦੀ, ਦੀਦੀ ਰਾਤ ਨੂੰ। ਜੇ ਅੱਗ ਜਲੇ ਤਾਂ ਦਿਖੇ, ਧੂਆਂ ਨਹੀਂ ਰਾਤ ਨੂੰ ਦੀਦਾ ਹੁੰਦਾ। ਧੂਆਂ ਦਾ ਦਿਖਣਾ ਨਹੀਂ ਰਾਤ ਨੂੰ, ਅੱਗ ਜਿਹੜੀ ਤਾਂ ਦਿਖੂ ਨਾ। ਇਸ ਕਰਕੇ ਇਹ ਰਾਤ ਹੈ ਸਾਰੀ ਸੁਪਨਾ, ਇਹ ਕਲਪਨਾ ਨਹੀਂ ਦਿੰਦੀ ਕਿਸੇ ਨੂੰ ਜੇ ਚੁੱਪ ਕਰਿਆ ਹੋਵੇ। ਕਲਪਨਾ ਕਿਵੇਂ ਦਿਖੂਗੀ? ਕਲਪਨਾ ਨੂੰ ਹੀ ਪਰਾਬਾਣੀ ਕਹਿੰਦੇ ਨੇ। ਸੰਸਾਰ ਦੇ ਪਰੇ ਉਹਦਾ ਬਾਣੀ, ਜੋ ਕਲਪਨਾ ਪਰਾਬਾਣੀ ਹੈ। ਸਾਡੀ ਆਪਣੀ ਕਲਪਨਾ ਹੋਵੇ ਜਾਂ ਪਰਮੇਸ਼ਰ ਦੀ ਹੋਵੇ, ਤੁਰਕੀ ਬਾਣੀ ਹੋਵੇ, ਉਹ ਵੀ ਪਰਾਬਾਣੀ ਹੈ। ਜਿਹੜੀ ਅਸੀਂ ਬਾਣੀ ਬੋਲੀ ਹੋਣੀ ਹੈ ਜੇ ਉਹ ਪਰਾਬਾਣੀ ਹੋਈ ਹੈ। ਦੂਜੇ ਨੂੰ ਕੀ ਪਤਾ ਉਹਦਾ? ਪ੍ਰਗਟ ਜਦ ਹੋਊਗੀ, ਜਦ ਉਹਨੂੰ ਬੋਲਾਂਗੇ। ਆਪਣਾ ਹੀ ਸੋਚ ਹੈ, ਸੋਚ ਹੈ ਕਾਲੇ ਦਾ ਆਪਣਾ। ਹਾਂ ਪਰਾਬਾਣੀ ਆ ਇਹਨਾਂ ਦੀ, ਪਰਾਬਾਣੀ ਵੀ ਹੋ ਰਿਹਾ, ਕੋ ਆਕਾਸ਼ਬਾਣੀ ਕਹਿੰਦੇ ਨੇ। ਪੁੱਠੀਆਂ ਨੇ ਇਹਨਾਂ ਦੀਆਂ ਪਰਾਬਾਣੀਆਂ ਜਿਹੜੀਆਂ। ਪਰਾ ਪਸੰਤੀ ਮੱਧਮ ਔਰ ਬੈਖਰੀ ਜਿਹੜੀਆਂ ਇਹਨਾਂ ਦੀਆਂ ਬਾਣੀਆਂ ਨੇ, ਤਾਂ ਹੀ ਪੁੱਠੀਆਂ ਨੇ, ਕਿਉਂਕਿ ਇਹਨਾਂ ਦਾ ਆਕਾਸ਼ ਬਾਹਰ ਹੈ।
ਬਾਹਰੋਂ ਆਉਂਦੀ ਹੈ ਇਹਨਾਂ ਨੂੰ ਕੰਨਾਂ ਨੂੰ ਸੁਣਨ ਵਾਲੀ। ਸਾਡਾ ਆਕਾਸ਼ ਅੰਦਰ ਹੈ। ਇਹ ਤਾਂ ਸੰਤਾਂ ਦੀਆਂ ਪੁੱਠੀਆਂ ਨੇ, ਸਾਡੀਆਂ ਪੁੱਠੀਆਂ ਨੇ। ਸਾਡੀ ਤਾਂ ਪਰਾਬਾਣੀ ਕਲਪਨਾ ਹੈ, ਜੋ ਮਨ ਵਿੱਚ ਗੱਲ ਹੈਗੀ ਦੱਸੀ ਹੈ ਜੀ ਪਰਾਬਾਣੀ। ਉਸੇ ਨੂੰ ਚੁੱਪੇ ਚੁੱਪ ਨਾ ਹੋ ਗਈ, ਮਨ ਨਹੀਂ ਚੁੱਪ ਕੀਤਾ, ਮੂੰਹ ਨਹੀਂ ਬੋਲਦਾ, ਪਰਾਬਾਣੀ ਹੈਗੀ ਪ੍ਰਗਟ ਨਹੀਂ ਹੋ ਰਹੀ। ਉਹ ਦੂਏ ਰੂਪ ਮਾਇਆ ਵਾਲੇ ਰੂਪ ਉਹਦੇ ਤਿੰਨੇ ਨਹੀਂ ਹੈ ਜੋ ਦਿੱਤੇ ਜਾ ਰਹੇ ਉਹਨੂੰ। ਪਰਾ ਪਸੰਤੀ ਰੂਪ ਮੂੰਹ ਦੇ ਵਿੱਚ ਹਵਾ 'ਚ ਮਿਕਸ ਕਰਨਾ ਉਸੇ ਗੱਲ ਨੂੰ, ਫਿਰ ਮੂੰਹ ਦੇ ਵਿੱਚੋਂ ਉਹਨੂੰ ਘੁਮਾ ਕੇ ਬਾਹਰ ਛੱਡਣਾ ਪਸੰਤੀ। ਜਦ ਬਾਹਰ ਛੱਡ ਦਿੱਤੀ ਪਸੰਤੀ ਦੇ ਬਾਅਦ ਮੱਧਮਾ ਬਣ ਗਈ। ਆਵਾਜ਼ ਦੂਏ ਨੇ ਸੁਣੀ, ਧਿਆਨ ਖਿੱਚਿਆ ਦੂਏ ਦਾ, ਦੋ ਬੰਦਿਆਂ ਦੇ ਵਿੱਚ ਸੰਪਰਕ ਕਰਤਾ ਉਹਨੇ ਆਵਾਜ਼ ਨੂੰ, ਮੱਧਮਾ ਹੋ ਗਈ। ਇੱਕ ਬੋਲਦਾ ਦੂਆ ਸੁਣਦਾ, ਮੱਧਮਾ ਹੋ ਗਈ। ਜੇ ਉਹਨੂੰ ਸਮਝ ਆਇਆ ਵੈਖਰੀ ਹੋ ਗਈ। ਜੋ ਉਹਦੇ ਵਿੱਚੋਂ ਸਮਝਿਆ ਉਹਨੇ, ਆ ਜਿਹੜਾ ਬਖਿਆਨ ਹੈ ਵੈਖਰੀ ਬਾਣੀ ਆ। ਉਹ ਨਾਨਕ ਨਾਮ ਬਖਾਣੇ, ਜਿਹੜਾ ਬਖਿਆਨ ਕੀਤਾ ਉਹ ਬਖਿਆਨ ਹੈ, ਵੈਖਰੀ ਬਾਣੀ ਹੈ। ਜਿਹੜਾ ਅਸੀਂ ਇਹਦਾ ਬਖਿਆਨ ਕਰਦੇ ਹਾਂ ਹੁਣ ਨਾ, ਇਹਨੂੰ ਸਮਝਦੇ ਹਾਂ ਬਾਣੀ ਨੂੰ, ਜਦ ਉਹੀ ਗੱਲ ਜਿਹੜੀ ਕਹੀ ਹੈ ਸਮਝ ਆ ਗਈ, ਉਹ ਵੈਖਰੀ ਬਣ ਗਈ। ਵਿਆਖਿਆ ਨਹੀਂ ਕਰਦੇ ਹੁਣ ਆਪਾਂ ਗੁਰਬਾਣੀ ਦੀ ਵਿਆਖਿਆ, ਉਹ ਵੈਖਰੀ ਰੂਪ ਵਿੱਚ ਬਣਾਉਂਦੇ ਆ ਇਹਦਾ ਬਖਿਆਨ ਕਰਕੇ। ਸਮਝਣ ਵਾਸਤੇ ਵਿਆਖਿਆ ਕਰਦੇ ਹਾਂ, ਸਮਝਾਉਣ ਔਰ ਸਮਝਣ ਵਾਸਤੇ ਵਿਆਖਿਆ, ਉਹ ਵੈਖਰੀ ਰੂਪ ਹੈ ਇਹਦਾ। ਜੋ ਕਿਹਾ ਸੀ ਉਹ ਸਮਝ ਲਿਆ, ਦੂਏ ਦੇ ਪੱਲੇ ਪੈ ਗਿਆ। ਉਹ ਚਾਰ ਬਾਣੀਆਂ ਨੇ, ਤਿੰਨ ਮਾਇਆ 'ਚ ਨੇ, ਚੌਥੀ ਮਾਇਆ ਤੋਂ ਪਰੇ, ਚੌਥੀ ਮਾਇਆ ਤੋਂ ਪਰੇ। ਚੌਥੀ ਤਾਂ ਸੱਚ ਨਾਲ ਸੰਬੰਧ ਹੈ ਨਾ, ਸੱਤ ਸਰੂਪ ਨਾਲ ਸੰਬੰਧ ਹੈ, ਜੋਤ ਨਾਲ ਸੰਬੰਧਿਤ ਹੈ। ਪਰਾਬਾਣੀ ਜੋਤ ਨਾਲ ਸੰਬੰਧਿਤ ਹੈ, ਬਾਕੀ ਦੀਆਂ ਤਿੰਨ ਜਿਹੜੀਆਂ ਨੇ ਉਹਨਾਂ 'ਚ ਮਾਇਆ ਰੂਪ ਹੈ। ਮਿਕਸ ਬੋਲਣਾ चेतन नहीं है, बोलना चेतन नहीं है। बाबा बोलते थे कहाँ गए, बोलना चेतन नहीं है, पर बोलन कन्ना नूं सुनने दे काबिल बनाउणी है। मूँह नाल जीभ नाल बुल्लां दा इस्तेमाल करके सुनने दे काबिल करनी है कन्ना। इस गुरबाणी नाल जुड़ के बिना कन्ना वाली तक पहुँचना। इस सुन के समझ के ज्ञान हासिल करके मन चुप करूगा। और कोई तरीका नहीं मन दे चुप करन दा, न समाधि नाल करे, न माला नाल करे, न किसी होर चीज़ नाल करे। बथेरे तजर्बे लोगों ने कर लए, जिन्हें करना होर करता रहे। कोई रिकॉर्ड नहीं है, बस इको ही रिकॉर्ड है। जिन्हों का मन चुप होया वो भगत सी। चुप होया मन एक हो जाता है। जब मन चुप हो गया तो एक हो गया है। जिन्ना चर मन चुप नहीं होता उन्ना चर दाल है। जब मन चुप हो गया साबित सूरत हो गया, एक हो गया। वो सिक्क दी गल चलती है। याद है हमेशा लिए एक हो गया। ज्ञान का बद्दा मन गुर बिन ज्ञान ना, ये गुरबाणी तो बिना ज्ञान नहीं हो सकता। गुरबाणी के ज्ञान के बिना मन एक होकर नहीं रह सकता। एक मन एक चित्त, दूसरे माया का ज्ञान हासिल करने वाले का भी होंगे, पर हमेशा वास्ते एक नहीं होकर रहना। जिन्ना चर समझते हैं एक जा समझते हट जाते हैं, फिर ये समझते हटिया के बाद भी करें, क्योंकि एक होने वास्ते समझे असी, ये समझे एक रखने वास्ते मन चित्त नूं, वो समझे कुछ होर करने वास्ते, वो किसी माया की खोज वास्ते उधर लाया सी। वो मसला पूरा हो गया, फिर सोचने वास्ते रहे। जो चीज़ समझ लेंदे ने उन्होंने फिर बनाउंदे ने, फिर वो तो पैसे उसका फायदा लाभ वो फिर दूए पैसे लग जाते हैं। वो माया का ज्ञान, ये ज्ञान एक हैगा ऐसा जेड़ा मन चित्त नूं एक कर दे। सोचना हमेशा लिए बंद कर दो, हमेशा लिए सोचना बंद हो गया तो एक होया। जब एक होगा फिर ये
ਅੰਦਰੋਂ ਗਿਆਨ ਪੈਦਾ ਹੋ, ਅੰਦਰੋਂ ਗਿਆਨ ਪੈਦਾ ਹੋ, ਇਹਦੇ ਵਿੱਚੋਂ ਤੁਰਕੀ ਬਾਣੀ ਪੈਦਾ ਹੋ, ਇੱਕ ਹੋਏ ਤਾਂ ਉਗਵੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ, ਪੁਰੀਆਂ ਪੂਰੀਆਂ ਬੰਨਾ ਪੂਰੀਆਂ ਭਾਰ। ਅਸਲ 'ਚ 3 ਕੈਟਾਗਰੀਆਂ 4 ਕੈਟਾਗਰੀਆਂ ਸੀ ਉਦੋਂ। ਇੱਕ ਤਾਂ ਮਾਲਾ ਫੇਰਨ ਵਾਲੇ ਆਦਿ ਯਾਰ ਉਹਨਾਂ ਦੀ ਕੈਟਾਗਰੀ ਹੈ ਸਿੱਧਾਂ ਦੀ, ਜਿਹੜੇ ਰਿੱਧੀਆਂ ਸਿੱਧੀਆਂ ਦੀ ਇੱਛਾ ਕਰਦੇ ਨੇ ਕਿ ਭਗਤੀ ਕਰਨੀ ਹੈ, ਉਹਦੇ ਨਾਲ ਰਿੱਧੀ ਸਿੱਧੀ ਮੂੰਹ ਮੰਗੀ ਮਿਲੇ, ਮਨ ਚਾਹੀਆਂ ਰਿੱਧੀਆਂ ਸਿੱਧੀਆਂ ਮਿਲਣ, ਕਲਪ ਵਿਕਸਿਤ ਤੋਂ ਜੋ ਕਲਪਨਾ ਕਰ ਲੈ ਉਹੀ ਮਿਲ ਜਵੇ, ਕਾਮ ਦੇ ਨੂੰ ਗਊ ਜੋ ਕਾਮਨਾ ਕਰ ਲਈ ਉਹ ਮਿਲ ਜਵੇ। ਇਹ ਭਗਤੀ ਨਹੀਂ ਹੈ। ਜੇ ਭਗਤੀ ਹੈ ਮਾਇਆ ਧਾਰੀਆਂ ਦੀ, ਮਾਇਆ 'ਚ ਰੱਖਣ ਵਾਲੀ ਭਗਤੀ ਹੈ, ਸੰਸਾਰ ਤੋਂ ਪਰੇ ਲਿਜਾਣ ਵਾਲੀ ਭਗਤੀ ਨਹੀਂ, ਜੀਵਨ ਮੁਕਤ ਕਰਨ ਵਾਲੀ ਭਗਤੀ ਨਹੀਂ। ਭਗਤੀ ਨਹੀਂ ਹੈ ਮਾਇਆ ਦੀ ਭਗਤੀ। ਜਿਹੜਾ ਮਾਇਆ ਦੀ ਸੇਵਾ ਕਰਦਾ ਭਗਤੀ ਕਰਦਾ ਨਾ, ਜੋ ਇਸकी सेवा करे तिसी को फिर कबीर माया नागणी जगत रहो लिपटाए। माया ਨੂੰ ਨਾਲੇ ਸਪਣੀ ਕਹਿੰਦੇ ਨੇ, ਨਾਲੇ ਸੰਸਾਰ ਚਿਮੜਿਆ ਬੈਠਾ, ਛੱਡਦਾ ਨਹੀਂ। ਕਿਉਂ? ਰਿੱਧੀਆਂ ਸਿੱਧੀਆਂ ਵੀ ਮਾਇਆ ਦੀਆਂ ਨੇ, ਬੜੇ ਬੜੇ ਭਗਤ ਨਹੀਂ ਰਿੱਧੀਆਂ ਸਿੱਧੀਆਂ ਨੂੰ ਛੱਡ ਰਹੇ। ਉਹਨਾਂ ਨੂੰ ਕਹਿ ਰਿਹਾ ਕਬੀਰ, ਉਹਨਾਂ ਨੂੰ ਜਗਤ ਕਹਿ ਰਿਹਾ, ਉਹ ਦੂਜੇ ਲੋਕਾਂ ਨੂੰ ਵਿਚਾਰਿਆਂ ਨੂੰ ਕੀ ਕਹਿਣਾ। ਉਹ ਤਾਂ ਉਹਨਾਂ ਦੀ ਗੱਲ ਕਰੋ ਜਿਹੜੇ ਗੁਰੂ ਨੇ ਬਣੇ ਬੈਠੇ। ਉਹ ਜਦ ਲਿਪਟੇ ਹੋਏ ਨੇ ਮਾਇਆ ਨੂੰ, ਦੂਜਿਆਂ ਦੀ ਵਿਚਾਰਿਆਂ ਦੀ ਕੀ ਔਕਾਤ ਹੈ ਜਿਹੜੇ ਛੱਡ ਦੇਣਗੇ। ਇਹਨਾਂ ਦੇ ਗੁਰੂ ਨਹੀਂ ਛੱਡਦੇ ਮਾਇਆ ਨੂੰ। ਤਾਂ ਜੋ ਇਸकी ਸੇਵਾ ਕਰੇ ਤਿਸੀ ਕੋ ਫਿਰ ਖਾਏ। ਜਿਹੜਾ ਮਾਇਆ ਦੀ ਸੇਵਾ ਕਰਦਾ ਉਸ ਨੂੰ ਖਾਂਦੀ ਹੈ। ਕੀ ਇਹਦੀ ਸੇਵਾ ਕਰਨੀ ਚਾਹੀਦੀ ਹੈ? ਫਿਰ ਸਵਾਲ ਇਹ ਹੈ। ਸਵਾਲ ਛੱਡ ਦਿੱਤਾ, ਸਵਾਲ ਛੱਡ ਕੇ ਚੁੱਪ ਕਰ ਗਿਆ। ਅਸਲ ਤਾਂ ਇਹ ਸਵਾਲ ਛੱਡਿਆ ਕਿ ਜਿਹੜਾ ਇਹਦੀ ਸੇਵਾ ਕਰਦਾ ਉਹਨੂੰ ਖਾਂਦੀ ਹੈ। ਇਹ ਸਾਰੀਆਂ ਭਗਤੀਆਂ ਕਰਨ ਵਾਲਿਆਂ ਨੂੰ ਮਾਇਆ ਖਾ ਜਾਂਦੀ ਹੈ ਨਾਗਣੀ। ਇਹਦੀ ਸੇਵਾ ਕੀ ਹੁੰਦੀ? ਇਹਦੀ ਭਗਤੀ ਕਰਨੀ, ਭਗਤੀ ਸੇਵਾ ਹੀ ਹੁੰਦੀ ਹੈ। ਸਤਿਗੁਰ ਦੀ ਸੇਵਾ ਕੀ ਹੈ? ਸਤਿਗੁਰ ਦੀ ਭਗਤੀ। ਸੇਵਾ ਭਗਤੀ ਹੋਈ ਹੈ। ਭਗਤੀ ਸੇਵਾ ਹੀ ਹੁੰਦੀ। ਮਾਇਆ ਦੀ ਸੇਵਾ ਕਰਦੇ ਨੇ, ਮਾਇਆ ਦੇ ਨਾਲ ਸੇਵਾ ਕਰਦੇ ਨੇ, ਮਾਇਆ ਦੇ ਹੀ ਵਰ ਦਿੰਦੇ ਨੇ। ਮਾਇਆ ਦੇ ਨਾਲ ਸੇਵਾ ਕਰਦੇ ਆਪਾਂ ਗੁਰਦੁਆਰੇ ਕਿਵੇਂ ਸੇਵਾ ਕਰਦੇ? ਅੱਜ ਮੇਰੇ ਇੰਨੇ ਕੁ ਪੈਸੇ ਸੇਵਾ ਚਲਾ ਲਿਓ। ਕਾਰ ਸੇਵਾ ਵਾਲਿਆਂ ਦੀ ਕਾਹਦੀ ਭਗਤੀ ਹੈ? ਕਾਰ ਸੇਵਾ ਵਾਲਿਆਂ ਦੀ ਕਾਹਦੀ ਭਗਤੀ? ਕੀ ਸੇਵਾ ਹੈ ਫਿਰ? ਮਾਇਆ ਦੀ ਉਹ ਸੇਵਾ ਹੈ। ਕਾਰ ਸੇਵਾ ਕਾਹਦੀ ਸੇਵਾ? ਮਾਇਆ ਦੀ, ਮਾਇਆ ਦੀ ਭਗਤੀ ਹੈ। ਕਾਰ ਸੇਵਾ ਵਾਲਿਆਂ ਦੇ ਝਗੜੇ ਕਿਉਂ ਹੁੰਦੇ ਨੇ? ਕਹਿੰਦਾ ਮੈਂ ਨਹੀਂ, ਮੈਂ ਕਰਨੀ ਹੈ ਸੇਵਾ, ਕਹਿੰਦਾ ਮੈਂ ਕਰਨੀ। ਕਾਹਦੇ ਹੁੰਦੇ ਨੇ? ਨਾਗਣੀ ਹੈ। ਕਿਸੇ ਕੋ ਫਿਰ ਖਾਏ। ਕਿਸੇ ਨੂੰ ਗਿਆਨ ਹੈ ਕਾਰ ਸੇਵਾ ਨੂੰ? ਕੋਈ ਗਿਆਨ ਨਹੀਂ। ਗੁਰਬਾਣੀ ਕੀ ਮਤਲਬ? ਉਹਨਾਂ ਨੇ ਗੁਰਬਾਣੀ ਤੇ ਕੀ ਲੈਣਾ? ਕਹਿੰਦਾ ਇਸ ਤਰ੍ਹਾਂ ਸੇਵਾ ਕਰਨੀ। ਸੇਵਾ ਕਿਉਂ ਕਰਨੀ ਹੈ? ਨੋਟਾਂ ਨਾਲ ਜੇਬਾਂ ਭਰੀਆਂ ਰਹਿੰਦੀਆਂ ਤਾਂ ਕਰਨੀ। ਜੇ ਸੇਵਾ ਕਰਨਗੇ ਤਾਂ ਹੀ ਮਾਇਆ ਖੁਸ਼ ਹੋਊ। ਨੋਟਾਂ ਨਾਲ ਜੇਬਾਂ ਜਿਹੜੀਆਂ ਨੇ ਉਹ ਨਸ਼ਾ ਜਿਹੜਾ ਨਾ ਸੰਸਾਰੀ ਜਿਹੜੀ ਇੱਜ਼ਤ ਉਹਦਾ ਨਸ਼ਾ ਹੈ, ਉਹ ਕਰਾਉਂਦੀ ਹੈ। ਕਰਦੇ ਨੇ ਭਗਤੀ। ਇਹਨਾਂ ਨੂੰ ਕੀ ਪਤਾ ਭਗਤੀ ਕੀ ਹੁੰਦੀ ਹੈ? ਨਾਲੇ ਇਹਨਾਂ ਨੇ ਭਗਤੀ ਲੈਣਾ ਕੀ ਹੈ? ਉਹਨਾਂ ਨੇ ਕੀ ਲੈਣਾ ਭਗਤੀ ਤੇ? ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਭੁੱਖੇ ਨੇ, ਇਹ ਭਗਤ ਸਾਰੇ ਮਾਇਆ ਦੀ ਸੇਵਾ ਵਾਲੇ ਆਪ ਭੁੱਖੇ ਨੇ। ਜਿੰਨੇ ਮਰਜ਼ੀ ਪੈਸੇ ਦੇ ਦਿਓ, ਕਦੇ ਨਹੀਂ ਕਹਿੰਦੇ ਵੀ ਅਸੀਂ ਪੈਸੇ ਕੀ ਕਰਨੇ ਨੇ। ਸਾਨੂੰ ਤਾਂ ਬਹੁਤ ਚਾਹੀਦੇ ਨੇ, ਹਮੇਸ਼ਾ ਬਹੁਤ ਚਾਹੀਦੇ। ਭੁੱਖਾ ਹੈ, ਰਿੱਧੀਆਂ ਸਿੱਧੀਆਂ ਦੀ ਇੱਛਾ ਭੁੱਖਾ ਹੈ। ਜਿਹੜਾ ਰਿੱਧੀ ਸਿੱਧੀ ਵਾਸਤੇ ਮਹਿਲ ਸੇਵਾ ਕਰਦਾ ਹੈ, ਭਗਤੀ ਕਰਦਾ, ਉਹ ਅੰਦਰ ਭੁੱਖ ਹੈ। ਉਹ ਕਬੀਰ ਉਹਨਾਂ ਨੂੰ ਕਹਿ ਰਿਹਾ ਭੁੱਖੇ ਭਗਤ ਨ ਕੀਜੈ। ਜਿਹੜੇ ਭੁੱਖੇ ਨੇ ਮਾਇਆ ਦੀ ਭੁੱਖਾ ਜਿਹਨਾਂ ਵਿੱਚ,
ਉਹ ਭਗਤੀ ਨਹੀਂ ਹੁੰਦੀ, ਭਗਤੀ ਨਹੀਂ ਕਰਦੇ ਹੁੰਦੇ। ਭੁਲੇਖਾ ਹੁੰਦਾ ਲੋਕਾਂ ਨੂੰ, ਉਹ ਧੋਖਾ ਦਿੰਦੇ ਹੁੰਦੇ ਲੋਕ। ਇਹ ਭਗਤੀ ਹੈ ਉਹ ਨਹੀਂ। ਜੋ ਇਸकी सेवा करे तिसी को फिर खाए। ਇਹਨਾਂ ਦੀ ਬੁੱਧੀਹੀਨ ਕਰਤੇ ਇਹ ਸਾਰੇ ਬੁੱਧੀਹੀਨ ਨੇ। ਖਾਣ ਦਾ ਮਤਲਬ ਬੁੱਧੀਹੀਨ ਕਰ ਦੇਣਾ। ਅਕਲ ਇਹ ਹੈ, ਅਕਲ ਵੱਧ ਗਈ ਜਾਂ ਅਕਲ ਘਟ ਗਈ। ਬੈਂਕ ਬੈਲੈਂਸ ਕੀ ਹੈ ਸਾਡੇ ਕੋਲ? ਅਕਲ ਬਈ ਬੈਂਕ ਬੈਲੈਂਸ ਸੀ ਕਿਸੇ ਦਾ ਘਟ ਗਿਆ, ਖਾ ਲਿਆ ਉਹਨੇ। ਜੇ ਵਧਾ ਲਿਆ ਕਮਾ ਲਿਆ। ਜੇ ਉਹਦਾ ਬੈਂਕ ਬੈਲੈਂਸ ਵਧਿਆ ਹੈ ਉਹਨੇ ਉਹੀ ਕਮਾਈ ਕੀਤੀ ਹੈ। ਜੇ ਪਹਿਲਾਂ ਵੀ ਉਹ ਘਟ ਗਿਆ ਤਾਂ ਇਹਨੂੰ ਲਿਖਾ ਲਿਆ, ਖਰਚ ਲਿਆ। ਅਕਲ ਵਾਲੀ ਗੱਲ ਹੈ ਨਹੀਂ, ਖਾਣਾ ਨਹੀਂ ਹੈ। ਗੁਰਬਾਣੀ ਜੋ ਕਹਿੰਦੀ ਉਹ ਤਾਂ ਕਰਦੇ ਹੀ ਨਹੀਂ। ਉਹ ਜਿਬੰਨਾ ਪੁਰੀਆਂ ਭਾਰ ਭੁੱਖਿਆਂ ਭੁੱਖ ਨਾ ਉਤਰੈ। ਇੱਕ ਵੀ ਆਦਮੀ ਦੀ ਭੁੱਖ ਨਹੀਂ ਉਤਰ ਸਕਦੀ ਜਿੰਨਾ ਸ੍ਰਿਸ਼ਟੀ ਦੇ ਪਦਾਰਥ ਨੇ ਉਹਦੇ ਨਾਲ। ਉਤਰੈ ਹੋਣਾ ਭੁੱਖਿਆਂ ਭੁੱਖ ਨਾ ਉਤਰੈ। ਉਤਰੀ ਭੁੱਖਿਆਂ ਭੁੱਖ ਨਾ ਉਤਰੀ। ਚਲੋ ਕਦੇ ਨਹੀਂ ਉਤਰੀ ਅੱਜ ਤੱਕ, ਐ ਕਹਿ ਲਓ। ਅੱਜ ਤੱਕ ਕਿਸੇ ਭੁੱਖੇ ਦੀ ਭੁੱਖ ਪੂਰੀ ਨਹੀਂ ਹੋਈ, ਚਾਹੇ ਸਾਰੇ ਦੁਨੀਆ ਦੇ ਪਦਾਰਥ ਨੂੰ ਦੇ ਦੀ। ਜਿਬੰਨਾ ਪੁਰੀਆਂ ਭਾਰ, ਦੁਨੀਆ ਜਿੰਨੀਆਂ ਪੁਰੀਆਂ ਨੇ ਉਹਦੇ ਪਦਾਰਥ ਦੇ ਦਈਏ। ਦੁਨੀਆ ਦੇ ਪਦਾਰਥ ਹੀ ਨੇ, ਉਹਨੂੰ ਦੇ ਦਈਏ, ਉਹਨੂੰ ਸੰਭਾਲ ਦਈਏ। ਜਾਂ ਸਾਰੇ ਤੂੰ ਲੈ ਲੈ। ਕਹਿੰਦਾ ਦੁਨੀਆ ਇੱਕ ਹੋਰ ਚਾਹੀਦੀ, ਉਹਦੇ ਵੀ ਚਾਹੀਦੇ ਨੇ ਪਦਾਰਥ। ਉਹਨੇ ਕਿਹੜਾ ਖਾਣੇ ਨੇ? ਸੰਤੋਖ ਦਾ ਜਦੋਂ ਬੰਨ ਹਿੱਲਿਆ ਤਾਂ ਕੋਈ ਇਲਾਜ ਨਹੀਂ, ਉਹਦਾ ਕੋਈ ਇਲਾਜ ਨਹੀਂ। ਆਕਾਸ਼ ਬਥੇਰਾ ਖਾਲੀ ਪਿਆ ਪਦਾਰਥਾਂ ਦਾ। ਆਕਾਸ਼ ਜਿੰਨਾ ਪੇਟ ਹੈ ਬੇਸੰਤੋਖੇ ਦਾ ਪੇਟ ਏਡਾ ਹੀ ਹੈ। ਇਹ ਕਾਹਦਾ ਨਾ ਭਰੂਗਾ? ਰੋਸ਼ਨੀ ਨਾਲ ਭਰ ਸਕਦਾ, ਗਿਆਨ ਨਾਲ ਭਰ ਸਕਦਾ, ਹੋਰ ਕਿਸੇ ਚੀਜ਼ ਨਾਲ ਨਹੀਂ ਭਰਨਾ ਹੈ। ਅਗਿਆਨਤਾ ਨਾਲ ਵੀ ਸਾਰਾ ਨਹੀਂ ਭਰ ਸਕਦਾ। ਇੰਨੀ ਅਗਿਆਨਤਾ ਨਹੀਂ ਸਾਰਾ ਭਰ ਜੂਏ। ਅਗਿਆਨਤਾ ਉਨੀ ਹੈ ਜਿੰਨੀ ਮਾਇਆ ਹੈ। ਅਗਿਆਨਤਾ ਨਾਲ ਵੀ ਸਾਰਾ ਨਹੀਂ ਭਰਦਾ। ਜੇ ਅਗਿਆਨਤਾ ਨਾਲ ਸਾਰਾ ਭਰ ਜਾਵੇ ਜੀਵਾਤਮਾ ਮਰ ਜਾਵੇ ਫਿਰ। ਇਸ ਕਰਕੇ ਅਮਰ, ਕਿਉਂਕਿ ਉਹ ਹਿੱਸਾ ਜਿਹੜਾ ਸੱਚਖੰਡ ਦਾ, ਉੱਥੇ ਤਾਂ ਅਗਿਆਨਤਾ ਜਾ ਨਹੀਂ ਸਕਦੀ। ਉਹ ਤਾਂ ਹਮੇਸ਼ਾ ਰਹਿਣਾ। ਇੰਨਾ ਹੀ ਅਗਿਆਨਤਾ ਫੈਲੂ ਜਿੰਨਾ ਹਿੱਸੇ ਦੀ ਰਚਨਾ ਹੈ। ਉਹ ਤਾਂ ਕਹਾਂ ਅਗਿਆਨਤਾ ਨਹੀਂ ਜਾ ਸਕਦੀ। ਉਹਨੇ ਹਿੱਸੇ 'ਚ ਅਸੀਂ ਰੋਸ਼ਨੀ ਕਰਨੀ ਹੈ। ਜਿੰਨੇ ਹਿੱਸੇ 'ਚ ਹਨੇਰਾ ਹੋਣਾ ਰੋਸ਼ਨੀ ਉਹਨੇ ਹਿੱਸੇ 'ਚ ਕਰਨੀ ਹੈ। ਮਨ ਦਾ ਆਕਾਰ ਉਨਾ ਹੀ ਹੈ ਜਿੰਨੇ ਹਿੱਸੇ 'ਚ ਰਚਨਾ ਹੈ। ਕਿਉਂ ਮਨ ਰਚਦਾ ਹੈ ਮਾਇਆ 'ਚ। ਉਹ ਬਾਕੀ ਸੇ ਚਿੱਤ ਹੈ ਉਧਰ ਪਰਲੇ ਪਾਸੇ। ਉਹ ਅਲਿਪਤਾ ਹੈ, ਅਲਿਪਤਾ ਵਾਲੇ ਹਿੱਸੇ ਚਿੱਤ ਬੈਠਾ, ਅੱਧਾ ਉਧਰ ਬੈਠਾ। ਤਾਂ ਉਹਦੇ ਨਾਲ ਜਿਉਂਦਾ ਜੀਵਨ ਉਹ ਹੈ। ਜਗ ਜੀਵਨ ਉਹੀ ਹੈ ਨਾ। ਉਹ ਤਾਂ ਰਹਿੰਦਾ ਪਰੇ ਮਾਇਆ ਤੋਂ ਅਲਿਪਤ ਰਹਿੰਦਾ, ਅੱਧਾ ਅਲਿਪਤ ਰਹਿੰਦਾ। ਅਲਿਪਤ ਨਾ ਰਹੇ ਮਰ ਨਾ ਜਾਵੇ ਸਾਰਾ ਹੀ। ਇਹ ਤਾਂ ਇੱਕ ਪਾਸੇ ਮਰਿਆ ਹੈ ਨਾ, ਲੱਕ ਬੈਣਾ, ਇੱਕ ਪਾਸਾ ਨਹੀਂ ਮਰਦਾ। ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਕਿੰਨੀਆਂ ਵੀ ਸਿਆਣਪਾਂ ਹੋਣ ਆਦਮੀ 'ਚ, ਬਹੁਤ ਸਿਆਣਪਾਂ ਨੇ। ਬੜੇ ਬੜੇ ਗ੍ਰੰਥ ਲਿਖੇ ਪਏ ਨੇ। ਕਿੰਨੇ ਆਦਮੀ ਕਿੱਥੇ ਜੰਮਣਗੇ, ਉਹ ਕੀ ਨਾ ਹੋ ਕੀ ਹੋ, ਲਿਖੇ ਨੇ ਗ੍ਰੰਥ। ਜੰਮਣ ਮਰਨ 'ਚ ਇੱਕ ਵੀ ਨਹੀਂ ਚੱਲਦੀ। ਹੁਕਮ ਮੂਹਰੇ ਕੋਈ ਸਿਆਣਪ ਨਹੀਂ ਚੱਲਦੀ। ਜਾਂ ਹੁੰਦਾ ਨਾ ਸਮਾਂ, ਬਸ ਫਿਰ ਸਭ ਭੁੱਲ ਜਾਂਦੀਆਂ ਸਿਆਣਪਾਂ। ਫਿਰ ਭੁੱਲ ਜਾਂਦੀਆਂ ਨੇ ਸਿਆਣਪਾਂ। ਉਹਨਾਂ ਹੀ ਚਿਰ ਚੱਲਦੀਆਂ ਨੇ ਜਿੰਨਾ ਚਿਰ ਹੋਰ ਕੋਈ ਨੇ। ਆਪਣੇ ਚੇਲਿਆਂ ਮੂਹਰੇ ਚੱਲਦੀਆਂ ਨੇ, ਸੱਚ ਮੂਹਰੇ ਇੱਕ ਵੀ ਨਹੀਂ ਚੱਲਦੀ ਉਹਦੀ ਸਿਆਣਪ। ਇਹਦੇ ਮੂਹਰੇ ਵੀ ਨਹੀਂ ਚੱਲਦੀ, ਗੁਰਬਾਣੀ ਮੂਹਰੇ ਸਿਆਣਪ ਨਹੀਂ ਚੱਲਦੀ। ਇਹ ਵੀ ਹੁਕਮ ਹੈ ਨਾ। ਇਹ ਹੁਕਮ ਵੀ ਕਾਲ ਹੈ ਝੂਠ ਦਾ। ਜਿਹੜੀ ਗੁਰਬਾਣੀ ਹੈ ਨਾ, ਇਹ ਕਾਲ ਹੈ ਝੂਠ ਦਾ। ਸਾਰੀਆਂ ਮੱਤਾਂ ਦਾ ਕਾਲ ਹੈ। ਇਹਦੇ ਮੂਹਰੇ ਇੱਕ ਨਹੀਂ ਚੱਲਦੀ ਸਨ ਕਿਸੇ ਦੀ ਵੀ।
ਜੇ ਕਿਸੇ ਨੇ ਚਲਾਉਣੀ ਆ ਕੇ ਦੇਖ ਲਵੇ, ਚਲਾ ਲਵੇ। ਜੇ ਤਜਰਬਾ ਕਿਸੇ ਕੋ ਆਏਗਾ ਕਰਕੇ ਦੇਖ ਲਵੇ, ਚਲਾ ਲਵੇ। ਇੱਕ ਨਹੀਂ ਚੱਲਦੀ ਉਸ ਵੇਲੇ ਤਾਂ ਕੀ ਕਰਨੀ, ਹੁਣ ਵੀ ਨਹੀਂ ਚੱਲਦੀ। ਇੱਕ ਦਲੀਲ ਨਹੀਂ ਕੰਮ ਕਰ ਸਕਦੀ ਉਹਦੇ, ਜਿੰਨੇ ਮਰਜ਼ੀ ਦਲੀਲ ਲੱਗਿਆ ਬਸ਼ਰਤੇ ਕਿ ਗੁਰਬਾਣੀ ਦੀ ਸਮਝ ਹੋਵੇ। ਇਹਦੇ ਮੂਹਰੇ ਕੋਈ ਨਹੀਂ ਚੱਲਦੀ, ਸੱਚ ਮੂਹਰੇ ਕੋਈ ਦਲੀਲ ਨਹੀਂ ਕੰਮ ਕਰਦੀ। ਝੂਠੇ ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ, ਕਿੰਨਾ ਹੀ ਸਿਆਣਾ ਹੋਵੇ, ਪਤਾ ਹੀ ਹੈ ਜਿਹੜੇ ਸਿਆਣੇ ਨੇ, ਵਿਦਵਾਨ ਨੇ, ਵਿਦਵਾਨ ਇਹ ਹੋਊਗਾ ਸੰਸਾਰ ਦਾ ਹੋਰ ਕੀ ਹੋਊਗਾ, ਕਿੰਨੀ ਕੁ ਬੁੱਧੀ ਹੋਊਗੀ ਉਹਦੀ। ਆ ਜੋ ਕੁਝ ਕਰ ਰਹੇ ਨੇ, ਧੱਕੇ ਖਾ ਰਹੇ ਨੇ, ਰੋਜ਼ ਨਵੇਂ ਪਲਾਨ ਬਣਾਉਂਦੇ, ਰੋਜ਼ ਵੀ ਕਮੀ ਰਹਿ ਜਾਂਦੀ ਹੈ, ਚਾਹੇ ਰੱਖ ਲੈਂਦੇ ਨੇ, ਸਾਰਾ ਮੂਹਰੇ ਹੀ ਹੈ। ਇਹਨਾਂ ਦੀ ਲੜਾਈ ਮਾਇਆ ਤੱਕ ਹੈ, ਜਿਨ੍ਹਾਂ ਦੀ ਲੜਾਈ ਉਹ ਮਾਇਆ ਤੱਕ ਹੈ, ਉਹਨਾਂ ਦੀ ਕਿੰਨੀ ਕੁ ਅਕਲ ਹੋ ਸਕਦੀ। ਆਪਣੇ ਨਫੇ ਨੁਕਸਾਨ ਦਾ ਜਿਹਨਾਂ ਨੂੰ ਗਿਆਨ ਨਹੀਂ ਹੈ, ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦੇ, ਉਹਨਾਂ ਦੀ ਕਿੰਨੀ ਕੁ ਅਕਲ। ਅਕਲ ਨੇ ਤਾਂ ਮਨ ਨੂੰ ਕਾਬੂ ਕਰਨਾ ਹੈ। ਜਦੋਂ ਅਕਲ ਮਨ ਨੂੰ ਕਾਬੂ, ਜਿਹੜੀ ਅਕਲ ਮਨ ਨੂੰ ਕਾਬੂ ਕਰ ਸਕਦੀ ਹੈ, ਉਹ ਸਾਰਿਆਂ ਦਾ ਮਨ ਕਾਬੂ ਕਰ ਸਕਦੀ। ਇਹ ਵਿਵੇਕ ਬੁੱਧੀ ਹੈ ਗੁਰਬਾਣੀ ਦੀ। ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਉਹਨਾਂ ਨੇ ਲਿਖੀ ਹੈ, ਉਹਨਾਂ ਨੇ ਬੋਲੀ ਹੈ। ਜਿਹਨੂੰ ਸਮਝ ਆ ਗਈ ਉਹਦਾ ਵੀ ਮਨ ਜਿੱਤਿਆ ਜਾਊ। ਜੇ ਜਿੱਤਣਾ ਚਾਹੇ ਤਾਂ ਜਿੱਤਿਆ ਜਾ ਸਕਦਾ। ਮਨ ਜੀਤੇ ਜਗ ਜੀਤ। ਜਗ ਦੀ ਅਕਲ ਕਿੰਨੀ ਕਰੇਗੀ ਵੀ ਜਗ ਤਾਂ ਜਿੱਤਿਆ ਜਾਣਾ। ਮਨ ਜੀਤੇ ਜਗ ਜੀਤ, ਇਹ ਦਲੀਲ ਰਹੇਗੀ ਕੋਈ? ਤੇ ਜਗੇ ਜਿੱਤਿਆ ਗਿਆ ਸਾਰਾ। ਚਾਹੇ ਸਿਆਣਪਾ ਲੱਖ ਹੋਏ, ਇੱਕ ਨਾ ਚੱਲੇ ਨਾਲ। ਸੰਸਾਰ ਦੀ ਕੋਈ ਦਲੀਲ ਨਹੀਂ ਇਹਦੇ ਪੂਰੇ ਕੰਮ ਕਰਦੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਰ। ਚਾਰੇ ਕੈਟਾਗਰੀਆਂ ਨੇ ਇੱਥੇ। ਇਹ ਤਾਂ ਸਮਾਧੀ ਲਾਉਣ ਵਾਲੇ ਸੀਗੇ, ਚੁੱਪ ਕਰਨ ਵਾਲੇ, ਬਾਲਾ ਫੇਰਨ ਵਾਲੇ, ਤੇ ਸਿੱਧੀਆਂ ਸਿੱਧੀਆਂ ਵਾਲੇ। ਇਹ ਸੋਚਣ ਵਾਲੇ ਤੇ ਰਿਸ਼ੀ ਮੁਨੀ, ਲਿਖਣ ਵਾਲੇ ਵਿਸ਼ਨੂੰ ਦੇ ਭਗਤ। ਜੋਤਿਸ਼ ਬਣਾ ਲਿਆ, ਇਹ ਬਣਾ ਲਿਆ, ਉਹ ਬਣਾ ਲਿਆ। ਭੁੱਖੇ ਰਹਿਣਾ। ਨਹੀਂ, ਸਿੱਧੀਆਂ ਸਿੱਧੀਆਂ ਵਾਲੇ ਦੇ ਭੁੱਖੇ ਰਹਿਣ ਵਾਲੇ ਨਹੀਂ ਸੀ, ਭੁੱਖੇ ਹੀ ਸੀ ਉਹ। ਅੰਦਰ ਮਾਇਆ ਦੀ ਭੁੱਖ ਸੀ, ਨਾਮ ਦੀ ਭੁੱਖ ਨਹੀਂ ਸੀ। ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਨਹੀਂ ਕਰਦੇ, ਭਗਤੀ ਨੇ। ਇੱਕ ਸਿਆਣ ਵਾਲੇ, ਇੱਕ ਸਿਆਣ ਵਾਲੇ ਨੇ, ਇੱਕ ਸੋਚਣ ਵਾਲੇ ਨੇ। ਸੋਚਿਆ ਸੋਚਣਾ ਹੋ ਬਈ, ਚੁੱਪੇ ਚੁੱਪ ਨਾ ਹੋ ਬਈ, ਭੁੱਖਿਆ ਮੁੱਖ ਨਾ। ਇੱਕ ਸਿਆਣ ਭਲਾ, ਇੱਕ ਸਿਆਣ ਭਲਾ। ਚਾਰੇ ਕਿਹੜਾ ਕਰੀਏ? ਹੁਣ ਚਾਰੇ ਤਾਂ ਫੇਲ ਕਰਤੀਆਂ, ਚਾਰੇ ਚੱਲਦੀਆਂ ਸੀ। ਉਸ ਵੇਲੇ ਚਾਰੇ ਕੈਟਾਗਰੀਆਂ ਚੱਲਦੀਆਂ ਨੇ। ਚਾਰਾਂ ਦੀਆਂ ਗਾਹਾਂ ਬ੍ਰਾਂਚਾਂ ਨੇ, ਜਿੰਨੀਆਂ ਇੰਨੀਆਂ ਮੱਤਾਂ ਹੋਈਆਂ ਹੋਈਆਂ ਨੇ। ਮੂਲ ਰੂਪ ਦੇ ਵਿੱਚ ਚਾਰ ਨੇ, ਚਾਰਾਂ ਦੀਆਂ ਗਾਹਾਂ ਬ੍ਰਾਂਚਾਂ ਨੇ। ਚਾਰੇ ਤਾਂ ਫੇਲ ਹੋ ਗਈਆਂ ਧਰਮ ਦੀਆਂ ਇਹ ਬ੍ਰਾਂਚਾਂ, ਜਿਹੜੀਆਂ ਭਗਤੀਆਂ ਨੇ। ਚਾਰ ਪ੍ਰਕਾਰ ਦੀ ਭਗਤੀ ਹੈ, ਚਾਰਾਂ ਦੀ ਉਹ ਫੇਲ ਕਰਤੀ। ਉਹ ਫੇ ਕਰੀਏ ਕੀ? ਕਹਿੰਦੇ ਸਚਿਆਰਾ ਕਿਵੇਂ ਹੋਈਏ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਰ। ਇਹ ਕੂੜ ਦਾ ਜਿਹੜਾ ਕੰਧ ਹੈ ਕਿਵੇਂ ਟੁੱਟੇ? ਹੁਣ ਭਗਤੀਆਂ ਤਾਂ ਖਤਮ ਨੇ, ਇਹਨਾਂ ਦੇ ਤਾਂ ਬਸ ਦੀ ਗੱਲ ਹੈ ਨਹੀਂ। ਹੁਣ ਕੀ ਕਰੀਏ ਫਿਰ? ਸਾਡੇ ਕੋਲ ਜੋ ਉਪਲਬਧ ਨੇ ਸਾਡੀ ਮਦਦ ਵਾਸਤੇ ਥਿਊਰੀਆਂ ਚਾਰੇ ਨੇ, ਚਾਰੇ ਫੇਲ ਨੇ। ਤੇ ਕੀ ਕੀਤਾ ਜਾਵੇ? ਆਦਮੀ ਕੀ ਕਰੇ ਵਿਚਾਰਾ? ਕੋਈ ਇੱਧਰ ਫਸ ਜੂ, ਕੋਈ ਉੱਧਰ ਫਸ ਗਿਆ, ਕੋਈ ਉੱਧਰ ਫਸ ਗਿਆ, ਕੋਈ ਉੱਧਰ ਫਸ ਗਿਆ। ਚਾਰੇ ਫੇਲ ਨੇ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਮ। ਬਸ ਨਾਨਕ ਕਹਿੰਦਾ ਕਿਵੇਂ ਸਚਿਆਰਾ ਹੋਈਏ। ਸਚਿਆਰਾ ਕਿਵੇਂ? ਕੂੜ ਜਿਹੜਾ ਹੈ ਝੂਠ, ਝੂਠ ਹੈ। ਇਹਦਾ ਮਤਲਬ ਚਾਰਾਂ ਕੋ ਝੂਠ ਹੈ। ਇਹ ਝੂਠ ਨੂੰ ਕਿਵੇਂ ਢਾਈਏ? ਚਾਰਾਂ ਦਾ ਝੂਠ ਢਾਉਣਾ ਹੁਣ ਤਾਂ ਲੋਕਾਂ ਦਾ ਖੜਾ ਛੁੱਟੂਗਾ ਜੇ ਝੂਠ ਦੀਆਂ ਕੰਧਾਂ ਢਾਹਾਂਗੇ। ਜਿਹੜੀ ਝੂਠ ਦੀ ਦੀਵਾਰ ਸੱਚ ਦੇ ਵਿਚਾਲੇ ਝੂਠ ਦੀ ਕੰਧ ਖੜੀ ਕਰਦੀ ਹੈ ਨਾ ਲੋਕਾਂ ਨੇ। ਸੱਚ ਨੂੰ ਤੋੜਨ ਵਾਸਤੇ ਨਾ ਮੱਤਾਂ ਨੇ ਝੂਠ ਦੀ ਦੀਵਾਰ ਖੜੀ ਕੀਤੀ ਹੋਈ ਹੈ।
ਚਾਹੇ ਗਿਆਨ ਤੈ ਧਰਮ ਹੈ, ਜੇ ਗਿਆਨ ਨਹੀਂ ਹੈ ਫਿਰ ਝੂਠ ਹੈ, ਜਾਂ ਝੂਠਤਾ ਹੈ ਪਾਪ। ਜੇ ਕਿਸੇ ਕੋਲ ਸੱਚ ਦਾ ਗਿਆਨ ਨਹੀਂ ਹੈ ਨਾ, ਸੱਚਾ ਧਰਮ ਨਹੀਂ ਹੈ, ਉਹਨੂੰ ਝੂਠ ਬੋਲਣਾ ਹੀ ਪਊਗਾ। ਸਾਰੇ ਸੰਤ ਝੂਠ ਤਾਂ ਬੋਲਦੇ ਨੇ, ਝੂਠ ਬੋਲੇ ਨੇ, ਬੋਲ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਝੂਠ ਬੋਲੇ ਨੇ। ਝੂਠ ਦੇ ਆਸਰੇ ਹੀ ਖੜੇ ਨੇ, ਸਭ ਧਰਾਸ਼ਾਹੀ ਹੋ ਜਾਣੇ ਨੇ, ਰਹਿਣਾ ਇੱਕ ਵਾਰੀ ਹੁਣ ਬਹੁਤ ਛੇਤੀ ਉਹ ਧਰਾਸ਼ਾਹੀ ਹੋ ਜਾਣੇ ਨੇ। ਕਰਦੇ ਤਾਂ ਥੇ ਲੋਕ ਧਰਾਸ਼ਾਹੀ, ਪਰ ਸਮਝ ਗੁਰਬਾਣੀ ਦੇ ਆਧਾਰ ਤੇ ਨਹੀਂ ਸੀ ਕਰਦੇ ਧਰਾਸ਼ਾਹੀ। ਕਰਦੇ ਸੀ, ਪਰ ਉਹ ਵੀ ਬੜੇ ਟੈਕਨੀਕਲ ਆਦਮੀ ਨੇ, ਉਹ ਜੋੜਦੇ ਬੜੇ ਤਰੀਕੇ ਨਾਲ ਨੇ। ਲੋਭੀ ਲੋਕ ਨੇ, ਲੋਭ ਨਾਲ ਜੋੜੇ ਹੋਏ ਨੇ। ਜਿੰਨਾ ਚਿਰ ਗੁਰਬਾਣੀ ਦਾ ਬੁਲਡੋਜ਼ਰ ਨਹੀਂ ਨਾ ਚੱਲਦਾ ਪੂਰਾ, ਉਹਨਾਂ ਚਿਰ ਧਰਾਸ਼ਾਹੀ ਨਹੀਂ ਹੁੰਦਾ। ਇਹ ਜਿਹੜੇ ਧਰਾਸ਼ਾਹੀ ਕਰਨ ਵਾਲੇ ਨੇ ਵੀ ਸ਼ੀਸ਼ੇ ਦੇ ਮਕਾਨ 'ਚ ਰਹਿਣ ਵਾਲੇ, ਇੱਟਾਂ ਰੋੜੇ ਮਾਰਨ ਵਾਲੇ ਹੀ ਨੇ। ਆਪਣੇ ਵੀ ਮਕਾਨ ਸ਼ੀਸ਼ੇ ਦੇ ਹੀ ਨੇ, ਇਹਨਾਂ ਦੇ ਇੱਟਾਂ ਰੋੜੇ ਮਾਰਨ ਵਾਲੇ ਦੇ, ਜਿਵੇਂ ਸਪੋਕਸਮੈਨ ਮਾਰ ਦਿੰਦਾ। ਆਪ ਵੀ ਲੋਭੀ ਨੇ, ਉਹ ਜਿਹੇ ਹੀ ਨੇ। ਗੱਲ ਜਦ ਬਣਦੀ ਹੈ ਜਦ ਆਪਣਾ ਮਕਾਨ ਹੋਵੇ ਹੀ ਨਾ, ਛਾਨ ਨਾ ਝੋਪੜੀ, ਤੇ ਵੀ ਮਾਰ ਲੋ, ਕੀ ਮਾਰੂਗੇ। ਸ਼ੀਸ਼ੇ ਦਾ ਦੂਏ ਦਾ, ਜੇ ਮਕਾਨ ਆਪਣਾ ਸ਼ੀਸ਼ੇ ਦਾ ਬਣਾਈ ਬੈਠਾ, ਦੂਏ ਦੇ ਕੱਚੇ ਤੇ ਪੱਥਰ ਦੇ ਤੇ ਮਾਰਦਾ, ਤੇਰਾ ਤਾਂ ਨਾਲ ਟੁੱਟਣਾ। ਤੂੰ ਵੀ ਰੋਜ਼ ਅਪੀਲਾਂ ਕਰਦਾ ਨਾ, ਸੱਚ ਤੇਰੇ ਕੋਲ ਵੀ ਹੈ ਨਹੀਂ। ਸੱਚ ਗੁਰਬਾਣੀ ਅਨੁਸਾਰ ਹੀ ਚਾਹੀਦੀ ਹੈ। ਗੁਰਬਾਣੀ ਨਹੀਂ, ਸੱਚ ਨੇ ਹੀ ਝੂਠ ਨੂੰ ਖੰਡਨ ਕਰਨਾ। ਸੱਚ ਬਿਨਾਂ ਝੂਠ ਖੰਡਨ ਨਹੀਂ ਹੁੰਦਾ। ਗੁਰਬਾਣੀ ਨੇ ਖੰਡਨ ਕਰਨਾ, ਆਦਮੀ ਕੋਈ ਨਹੀਂ ਖੰਡਨ ਕਰ ਸਕਦਾ। ਆਦਮੀ ਦੀ ਕੀ ਹੋਗਾ ਖੰਡਨ? ਉਹ ਵੀ ਆਦਮੀ ਨੇ, ਤੁਸੀਂ ਵੀ ਆਦਮੀ ਹੋ। ਚਾਰ ਮੱਤਾਂ ਆਦਮੀਆਂ ਨੇ ਬਣਾਈਆਂ ਹੋਈਆਂ, ਇੱਕ ਦੂਏ ਨੂੰ ਖੰਡਨ ਨਹੀਂ ਕਰ ਸਕਦੇ। ਸੈਂਕੜੇ ਮੱਤਾਂ ਬਣ ਗਈਆਂ, ਇੱਕ ਦੂਏ ਨੂੰ ਖੰਡਨ ਨਹੀਂ ਕਰ ਸਕਦੇ। ਪਰ ਸੱਚ ਨੇ ਸਾਰਿਆਂ ਦੇ ਸੁਆਗਾ ਫੇਰ ਦੇਣਾ। ਕਿ ਸਚਿਆਰਾ ਹੋਈਏ, ਹੁਣ ਸਚਿਆਰਾ ਹੋਣਾ, ਝੂਠ ਛੱਡਣਾ। ਕਿ ਕੂੜੇ ਟੁੱਟੇ ਪਾਲ, ਇਹ ਝੂਠ ਦੀ ਮਿਆਲੀ ਕਿਵੇਂ ਰਹੇ? ਹੁਕਮ ਰਜਾਈ ਚੱਲਣਾ ਨਾਲ ਕਹਿੰਦੇ ਹੁਕਮ ਰਜਾਈ ਭਾਣੇ 'ਚ ਚੱਲੋ, ਪਰਮੇਸ਼ਰ ਦੇ ਭਾਣੇ 'ਚ। ਇਹ ਗੱਲ ਸਾਰੇ ਮੰਨਦੇ ਨੇ ਕਿ ਜੋ ਹੋ ਰਿਹਾ ਸੰਸਾਰ 'ਚ ਉਹ ਪਰਮੇਸ਼ਰ ਦਾ ਭਾਣਾ। ਆਦਮੀ ਦੇ ਚਾਹੇ ਤੇ ਕੁਝ ਨਹੀਂ ਹੁੰਦਾ, ਸਾਰੇ ਮੰਨਦੇ ਨੇ। ਚਾਹੇ ਕਿਸੇ ਮਤ ਦੀ ਕੈਟਾਗਰੀ ਕੋਈ ਵੀ ਹੈ, ਚਾਹੇ ਉਹ ਸੋਚਣ ਵਾਲੇ ਨੇ, ਚਾਹੇ ਉਹ ਸਮਾਧੀ ਵਾਲੇ ਨੇ, ਚੁੱਪ ਵਾਲੇ ਨੇ, ਚਾਹੇ ਉਹ ਸਿਆਣਪ ਵਾਲੇ ਨੇ, ਕੋਈ ਵੀ ਨੇ, ਚਾਹੇ ਉਹ ਭੁੱਖੇ ਨੇ। ਕਹਿੰਦੇ ਨੇ ਬਈ ਜੋ ਮਨਜ਼ੂਰ ਹੈ ਪਰਮੇਸ਼ਰ ਨੂੰ ਹੁੰਦਾ ਹੋਈ। ਇਹ ਗੱਲ ਮੰਨਦੇ, ਇਹ ਤਾਂ ਕੋਈ ਨਹੀਂ ਮੁੱਕਰਦਾ। ਉਹੀ ਗੱਲ ਨਹੀਂ ਹੈ ਜੀ, ਤੋਂ ਮੁੱਕਰਦੇ ਨਹੀਂ, ਨਵੀਂ ਨਹੀਂ ਕਹੀ ਗੱਲ ਕੋਈ। ਜਿਹੜੀ ਗੱਲ ਉਹ ਮੰਨਦੇ ਨੇ ਉਹ ਦਲੀਲ ਲਈਏ, ਉਸੇ ਡਾਂਗ ਨਾਲ ਕੁੱਟੇ ਨੇ ਜਿਹੜੀ ਉਹਨਾਂ ਦੀ ਹੈ। ਆਹ ਦੱਸੋ ਫਿਰ ਤੁਸੀਂ ਭਾਣੇ 'ਚ ਚੱਲਦੇ ਕਿਉਂ ਨਹੀਂ? ਤੁਹਾਡੀ ਆਪਣੀ ਸੋਚ ਕਿਉਂ ਖੜੀ ਹੈ? ਸੋਚ ਦਾ ਮਤਲਬ ਕੀ ਰਹਿ ਗਿਆ ਜੇ ਭਾਣਾ? ਸੋਚਣ ਵਾਸਤੇ ਤਾਂ ਜਗ੍ਹਾ ਹੀ ਨਹੀਂ ਰਹਿੰਦੀ ਜੇ ਭਾਣੇ ਚੱਲਣਾ। ਜੇ ਭਾਣੇ ਨਾਲੇ ਤੁਹਾਨੂੰ ਸਭ ਕੁਝ ਮਿਲਣਾ, ਭੁੱਖ ਰੱਖਣ ਦੀ ਤਾਂ ਲੋੜ ਹੀ ਨਹੀਂ ਹੈ। ਜੇ ਮਿਲਣਾ ਹੀ ਭਾਣੇ 'ਚ, ਭੁੱਖ ਰੱਖਣ ਦੀ ਕਾਹਦੀ ਲੋੜ ਹੈ? ਭੁੱਖ ਰੱਖਣ ਦੀ ਲੋੜ ਹੈ, ਭਾਣੇ ਦੀ ਅਵੱਗਿਆ ਕਰਨੀ। ਜੇ ਭੁੱਖ ਰੱਖਦੇ ਭਾਣੇ ਦੀ ਅਵੱਗਿਆ ਕਰਦੇ, ਵੀ ਉਹ ਮੈਨੂੰ ਘੱਟ ਦਿੰਦਾ, ਮੈਨੂੰ ਵੱਧ ਜਾਈਦਾ, ਆਪਣਾ ਭਾਣਾ। ਜੇ ਤੁਸੀਂ ਬੋਲਣਾ, ਅਸੀਂ ਬੋਲਣਾ, ਆਪ ਗੁਰੂ ਬਣਨਾ, ਆਪ ਸਿਆਣ ਬਣਨਾ, ਫਿਰ ਤਾਂ ਗੁਰੂ ਹੈ ਤੁਸੀਂ ਆਪ ਬਣ। ਤੁਹਾਡੇ ਕਰੇ ਤੇ ਕੁਛ ਨਹੀਂ ਹੋਣਾ, ਉਹ ਕਹਿੰਦੇ ਨੇ। ਜੇ ਕਰੇ ਤੇ ਸਾਡੇ ਕੁਛ ਹੋਣਾ ਹੀ ਨਹੀਂ। ਸਾਡੇ ਸੋਚਣ ਦੀ ਲੋੜ ਹੈ। ਉਹ ਗੱਲਾਂ ਜਿਹੜੀਆਂ ਮੰਨਦੇ ਨੇ ਨਾ,
ਸਾਰੇ ਹੀ ਮੰਨਦੇ ਨੇ ਧਰਮ। ਉਹਨਾਂ 5-7 ਗੱਲਾਂ ਨਾਲੇ ਸਾਰੇ ਧਰਮ ਫੇਲ ਕਰਦੇ। ਜੇ ਆਹ ਗੱਲ ਠੀਕ ਹੈ ਫਿਰ ਆ ਕਿਉਂ ਕਰਦੇ ਹੋ? ਇਹ ਕਿਉਂ ਕਰਦੇ ਹੋ? ਜੇ ਤੁਸੀਂ ਗੁਰੂ ਮੰਨਦੇ ਹੋ ਕਿ ਪਰਮੇਸ਼ਰ ਗੁਰੂ ਹੈ, ਅੰਧਕਾਰ ਉਹਨੇ ਮਿਟਾ ਕੇ ਉਹੀ ਰੋਸ਼ਨੀ ਕਰਨ ਵਾਲਾ, ਫਿਰ ਤੁਸੀਂ ਉਹ ਤੇ ਗਿਆਨ ਲਓ। ਤੁਸੀਂ ਗਿਆਨ ਕਿੱਥੋਂ ਲਿਆ? ਗੁਰੂ ਤੋਂ ਲਿਆ। ਜੇ ਗੁਰੂ ਤੋਂ ਗਿਆਨ ਲਿਆ, ਤੁਹਾਡਾ ਗਿਆਨ ਅੱਡੋ ਅੱਡ ਕਿਉਂ? ਸ਼ਾਸਤਰਾਂ ਦਾ ਗਿਆਨ ਅੱਡੋ ਅੱਡ ਕਿਉਂ? ਇੱਕੋ ਗਿਆਨ ਹੋਣਾ ਚਾਹੀਦਾ ਤੁਹਾਡਾ। ਆਪਾਂ ਵਿਰੋਧ ਨਹੀਂ ਮਾਰਦੇ ਸਾਰੇ, ਆਪਾਂ ਵਿਰੋਧ ਹੀ ਮਾਰ ਲੈਂਦੇ। ਆਪਾਂ ਵਿਰੋਧ ਜੇ ਨਹੀਂ ਹੈ ਤਾਂ ਗੁਰਬਾਣੀ ਚ ਨਹੀਂ ਹੈ। ਜੋ ਬੇਸਿਕ ਗੱਲਾਂ ਨੇ ਧਰਮ ਦੀਆਂ, ਉਹਨਾਂ ਨੂੰ ਲੈ ਕੇ ਗੁਰਬਾਣੀ ਚੱਲੀ ਹੋਈ ਹੈ। ਜਰਾ ਵੀ ਇੱਧਰ ਉੱਧਰ ਨਹੀਂ ਹੋ ਰਹੀ, ਭਾਣੇ ਤੋਂ ਇੱਧਰ ਉੱਧਰ ਨਹੀਂ ਹੋ ਰਹੀ। ਹੁਕਮ ਰਜ਼ਾਈ ਰਜ਼ਾਈ ਕੌਣ ਹੈ? ਜਿਹਦੀ ਰਜ਼ਾ ਦੇ ਵਿੱਚ ਅਸੀਂ, ਜਿਹਦੀ ਰਜ਼ਾ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ, ਜਿਹਦੀ ਮਰਜ਼ੀ ਨਾਲ ਹਵਾ ਬਣੀ ਹੈ, ਜਿਹਦੀ ਮਰਜ਼ੀ ਨਾਲ ਸੂਰਜ ਬਣਿਆ, ਜਿਹਦੀ ਮਰਜ਼ੀ ਨਾਲ ਸੂਰਜ ਚੱਲ ਰਿਹਾ ਹੈ, ਜਿਹਦੀ ਮਰਜ਼ੀ ਵਿੱਚ ਹਵਾ ਚੱਲ ਰਹੀ ਹੈ, ਜਿਹਦੀ ਮਰਜ਼ੀ ਵਿੱਚ ਦਰਿਆ ਚੱਲ ਰਹੇ ਨੇ, ਜਿਹਦੀ ਮਰਜ਼ੀ ਨਾਲ ਜਨਮ ਮਰਨੇ ਸਾਨੂੰ, ਤੇ ਉਹਦੀ ਮਰਜ਼ੀ 'ਚ ਚੱਲਣ ਵਾਲੇ ਭਲਾ। ਹਵਾ ਚੱਲਦੀ ਹੈ ਨਾ ਮਰਜ਼ੀ 'ਚ, ਸੁੱਖ ਹੈ। ਹਵਾ ਨੇ ਕਿਸੇ ਨੂੰ ਕਿਹਾ ਵੀ ਮੈਂ ਔਖੀ ਹਾਂ? ਕਿਸੇ ਹਵਾ ਨੇ ਕਦੇ ਕਿਤੇ ਆ ਕੇ ਐਪਲੀਕੇਸ਼ਨ ਨਹੀਂ ਦਿੱਤੀ ਮੈਂ ਬਹੁਤ ਔਖੀ ਹਾਂ। ਔਖਾ ਕੌਣ ਹੈ? ਇਹ ਕਿਉਂ ਰਜਾ ਜੀ ਨੇ ਚੱਲਦਾ। ਇਤਰਾਜ਼ ਕਿਹਨੂੰ ਹੈ? ਪਾਣੀ ਨੂੰ ਕਦੇ ਇਤਰਾਜ਼ ਹੋਇਆ? ਸੂਰਜ ਨੂੰ ਕਦੇ ਇਤਰਾਜ਼ ਹੋਇਆ? ਧਰਤੀ ਨੇ ਕਦੇ ਇਤਰਾਜ਼ ਕੀਤਾ? ਭੈ ਵਿੱਚ ਧਰਤੀ ਦੱਬੀ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਦੇ ਇਤਰਾਜ਼ ਹੋਇਆ? ਉਹਨੇ ਹੜਤਾਲ ਨਹੀਂ ਕੀਤੀ, ਕਦੇ ਰੁੱਸ ਕੇ ਨਹੀਂ ਬੈਠਿਆ। ਸੁਖੀ ਨੇ ਜਿਹੜੇ ਹੁਕਮ ਚੱਲਦੇ ਨੇ। ਸੂਰਜ ਦਾ ਦਰਸ਼ਨ ਕਿਉਂ ਕਰਦੇ ਨੇ ਲੋਕ? ਸਵੇਰੇ ਕਿਉਂ ਕਹਿੰਦੇ ਨੇ? ਬਸ ਹੁਕਮ ਚੱਲਦਾ, ਹੋਰ ਕੁਝ ਨਹੀਂ। ਇੱਕੋ ਹੀ ਗੱਲ ਹੈ ਸੂਰਜ ਦੇ ਦਰਸ਼ਨ ਦੇ ਵਿੱਚ, ਬਈ ਹੁਕਮ ਦੇ ਵਿੱਚ ਚੱਲਦਾ ਹੈ। ਬਿਲਕੁਲ ਐਂ ਚੱਲਣਾ ਚਾਹੀਦਾ ਜਿਵੇਂ ਸੂਰਜ ਚੱਲਦਾ। ਜੇ ਤਾਂ ਇਹ ਗੱਲ ਹੈ ਯਾਦ ਕਰਾਉਂਦੀ ਹੈ ਸਾਨੂੰ, ਫਿਰ ਤਾਂ ਠੀਕ ਹੈ। ਸੂਰਜ ਨੂੰ ਪਾਣੀ ਦੇਣਾ ਜਾਂ ਸੂਰਜ ਨੂੰ ਕਰਨਾ, ਉਹਦੇ ਇਸ ਗੱਲ ਦੇ ਕੁਰਬਾਨ ਜਾਣਾ ਵੀ ਜਿਵੇਂ ਤੂੰ ਹੁਕਮ ਚੱਲਦਾ ਮੈਂ ਮੇਰੇ ਤੇ ਨਹੀਂ ਚੱਲਦਾ, ਤੂੰ ਜੜ ਹੋ ਕੇ ਚੱਲਦਾ ਮੈਂ ਚੇਤਨ ਨਹੀਂ ਚੱਲ ਸਕਦਾ। ਫਿਰ ਤਾਂ ਗੱਲ ਕੁਛ ਹੈ ਦਮਦਾਰ। ਸ਼ਾਇਦ ਇਹੀ ਗੱਲ ਹੋਵੇ ਪਹਿਲਾਂ, ਸ਼ਾਇਦ ਪਹਿਲਾਂ ਇਹੀ ਗੱਲ ਹੋਵੇ, ਹੁਣ ਨਾ ਪਤਾ ਹੋਵੇ। ਹਵਾ ਨੂੰ ਕਿਉਂ ਪੂਜਦੇ ਨੇ ਲੋਕ? ਦੇਵਤਾ ਕਿਉਂ ਕਹਿੰਦੇ ਨੇ? ਭਾਣੇ ਚੱਲਦਾ ਤਾਂ ਦੇਵਤਾ। ਦੇਵਤੇ ਭਾਣੇ ਚੱਲਦੇ ਹੁੰਦੇ ਨੇ। ਜਿਹੜਾ ਭਾਣੇ ਚੱਲੇ ਉਹ ਦੇਵਤਾ, ਜਿਹੜਾ ਭਾਣੇ ਜਿੰਨਾ ਚੱਲੇ ਆਪਣੇ ਭਾਣੇ ਚੱਲੇ ਉਹ ਰਾਜ। ਇਹ ਦੇਵਤੇ ਤਾਂ ਨੇ, ਇਹ ਭਾਣੇ ਚੱਲਦੇ ਨੇ। ਜਿਵੇਂ ਹਵਾ ਚੱਲਦੀ ਹੈ ਭਾਣੇ 'ਚ, ਸੂਰਜ ਚੱਲਦਾ, ਚੰਦ ਚੱਲਦਾ ਭਾਣੇ 'ਚ, ਇਵੇਂ ਹੀ ਆਦਮੀ ਨੂੰ ਭਾਣੇ ਚੱਲਣਾ। ਬਸ ਫਿਰ ਸੁਖੀ ਹੈ, ਸੁਖੇ ਸੁਖ ਹੈ। ਇੰਜਣ ਦੇ ਪੁਰਜੇ ਨੇ ਆਪਣੀ ਆਪਣੀ ਜਗ੍ਹਾ ਚੱਲਦੇ ਨੇ, ਫਰੀ ਚੱਲਦੇ ਨੇ। ਇੰਜਣ ਚੱਲਦਾ, ਜਿੱਥੇ ਵੀ ਕੋਈ ਖਰਾਬੀ ਪੈਦਾ ਹੁੰਦੀ ਹੈ, ਜਾਮ ਹੁੰਦਾ, ਉੱਥੇ ਖਰਾਬੀ, ਅੱਗ ਪੈਦਾ ਹੁੰਦੀ ਹੈ, ਉੱਥੇ ਤਕਲੀਫ ਪੈਦਾ ਹੁੰਦੀ ਹੈ। ਸਾਡੇ ਅੰਦਰ ਪਿੰਚ ਕਿਉਂ ਕਰਦਾ ਹੈ ਕੁਛ? ਦੁਖੀ ਕਿਉਂ ਆ? ਦੁਖੀ ਮਹਿਸੂਸ ਕਿਉਂ ਕਰਦੇ ਆ? ਦੁੱਖ ਮਹਿਸੂਸ ਪਾਣੀ 'ਚ ਨਹੀਂ ਚੱਲਦੇ।